ਧਾਮੀ ਸਾਹਿਬ, ਜੇਕਰ 1100 ਪੰਨਿਆਂ ਦੀ ਰਿਪੋਰਟ ਤਿਆਰ ਕਰਨ ਵਾਲੇ ਭਾਈ ਈਸ਼ਰ ਸਿੰਘ ਹੀ ਕਹਿ ਦੇਣ ਕਿ ਮੈਂ ਰਿਪੋਰਟ ਤਿਆਰ ਹੀ ਨਹੀਂ ਕੀਤੀਆਂ, ਮੈਨੂੰ ਅੱਗੇ ਪੜਤਾਲ ਕਰਨ ਹੀ ਨਹੀਂ ਦਿੱਤੀ ਗਈ, ਫੇਰ ਕੀ ਕਰੋਗੇ? ਜੇ ਉਹ SGPC ਨੂੰ ਹੀ ਕਟਹਿਰੇ 'ਚ ਖੜਾ ਕਰ ਦੇਣ ਫੇਰ ਕੀ ਕਰੋਗੇ? ਸੋਚੋ। ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ, ਅੱਖਾਂ 'ਚ ਘੱਟਾ ਪਾਉਣ ਲਈ ਕਿਹਦੇ ਉੱਤੇ ਪਰਚੇ ਹੋਣੇ ਚਾਹੀਦੇ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਕੁਝ ਅਜਿਹਾ ਹੀ ਵਾਪਰਿਆ ਜੋ ਮੈਂ ਕਿਹਾ ਤੁਹਾਨੂੰ। ਈਸ਼ਰ ਸਿੰਘ ਦੀ ਇੱਕ ਆਡੀਓ ਪਹੁੰਚੀ ਹੈ ਤੇ ਪੁਸ਼ਟੀ ਕਰ ਸਕਦੇ ਹਾਂ ਵੀ ਇਹ ਈਸ਼ਰ ਸਿੰਘ ਦੀ ਹੀ ਹੈ, ਕਿਉਂਕਿ ਇੱਕ ਨਿੱਜੀ ਚੈਨਲ ਨੂੰ ਫੋਨੋ ਦੇ ਉੱਤੇ ਇਹਨਾਂ ਨੇ ਐਕਸਪਲੇਨੇਸ਼ਨ ਦਿੱਤੀ 328 ਸਰੂਪਾਂ ਦੀ, ਤੇ ਜੋ ਉਹਨਾਂ ਨੇ ਖੁਲਾਸੇ ਕੀਤੇ ਉਹ ਅਚੰਭਿਤ ਕਰਨ ਵਾਲੇ ਨੇ। ਖੈਰ ਆਡੀਓ ਮੈਂ ਸੇਵ ਕਰ ਲਈ ਹੈ, ਕਿਉਂਕਿ ਇਹਨਾਂ ਦਾ ਜਿੱਥੇ ਜ਼ੋਰ ਚੱਲੇ ਬੜੀ ਛੇਤੀ ਚੀਜ਼ਾਂ ਡਿਲੀਟ ਕਰਦੇ ਨੇ, ਤੇ ਮੈਂ ਹਮੇਸ਼ਾ ਕਹਿੰਦਾ ਵੀ ਉੱਤੇ ਵਾਲਾ ਨਾ ਲੱਤ ਨਹੀਂ ਮਾਰਦਾ ਹੁੰਦਾ, ਉਹ ਮੱਤ ਮਾਰਦਾ ਹੁੰਦਾ। ਖੈਰ ਇਹਨਾਂ ਉੱਤੇ ਤਾਂ ਬਾਅਦ ਵਿੱਚ ਆਵਾਂਗੇ, ਤੇ ਸ਼ੁਰੂਆਤ ਕਰਦੇ ਹਾਂ ਸੰਗਤ ਜੀ। ਕੁਝ ਸਮਾਂ ਪਹਿਲਾਂ ਇੱਕ ਬੱਚੀ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਵੀ ਉਸਦੇ ਛੋਟੀ ਜਿਹੀ ਬੱਚੀ ਹੈ, ਉਸਦੇ ਮਲ ਮੂਤਰ ਦੀ ਜਗ੍ਹਾ ਇੱਕੋ ਹੀ ਸੀ ਤੇ ਆਪਰੇਟ ਵਾਸਤੇ 60-70 ਹਜ਼ਾਰ ਰੁਪਇਆ ਦੇ ਕਰੀਬ ਉਹਦੇ ਤੇ ਖਰਚਾ ਆਉਣਾ ਸੀ। ਉਸ ਬੱਚੀ ਦੀ ਵੀਡੀਓ ਆਈ ਥਿੰਕ ਜਦੋਂ ਮੈਂ ਰੂਹ ਪੋਸਟ ਸੀ ਉਸ ਤੋਂ ਪਹਿਲਾਂ ਕਿਤੇ ਮੇਰੇ ਸਾਹਮਣੇ ਆਈ ਸੀ, ਤੇ ਉਹ ਵੀਡੀਓ ਉਸ ਤੋਂ ਬਾਅਦ ਮੈਨੂੰ ਲੱਭੀ ਵੀ ਨਹੀਂ। ਤੇ ਕਿਰਪਾ ਕਰਕੇ ਉਸ ਪਰਿਵਾਰ ਬਾਰੇ ਜਾਂ ਉਸ ਬੱਚੀ ਬਾਰੇ ਜਾਂ ਉਸ ਵੀਡੀਓ ਦਾ ਲਿੰਕ ਅਗਰ ਕਿਸੇ ਕੋਲ ਵੀ ਹੈਗਾ ਤਾਂ ਕਿਰਪਾ ਕਰਕੇ ਮੈਨੂੰ ਪ੍ਰੋਵਾਈਡ ਕੀਤਾ ਜਾਵੇ। ਇਸੇ ਵੀਡੀਓ ਦੇ ਵਿੱਚ ਥੱਲੇ ਤੁਸੀਂ ਕਮੈਂਟਸ ਦੇ ਵਿੱਚ ਉਸ ਦਾ ਲਿੰਕ ਪ੍ਰੋਵਾਈਡ ਕਰਵਾਓ, ਕਿਉਂਕਿ ਬੱਚੀ ਦੀ ਹਾਲਤ ਉਸ ਵੇਲੇ ਬਹੁਤ ਖਰਾਬ ਸੀ। ਜੇਕਰ ਕਿਸੇ ਵੀਰ ਨੇ, ਭੈਣ ਨੇ ਉਸ ਦੀ ਮਦਦ ਕਰ ਦਿੱਤੀ ਗਈ ਹੈ, ਬੱਚੀ ਦਾ ਆਪਰੇਸ਼ਨ ਹੋ ਚੁੱਕਿਆ ਹੈ, ਤਾਂ ਵੀ ਉਸ ਦੀ ਜਾਣਕਾਰੀ ਜ਼ਰੂਰ ਦਿੱਤੀ ਜਾਵੇ। ਮੈਂ ਨੰਬਰ ਮੇਰਾ ਤੁਹਾਡੇ ਸਾਰੇ ਕੋਲ ਹੈਗਾ ਹੀ ਹੈ, ਮੈਂ ਫਿਰ ਤੋਂ ਇੱਕ ਵਾਰ ਰਿਪੀਟ ਕਰ ਦਿੰਦਾ 9888184087 9881844087। ਮੈਂ ਤਾਂ ਹੀ ਸਲੋ ਬੋਲਿਆ, ਕਈ ਵਾਰ ਬਜ਼ੁਰਗ ਕਹਿੰਦੇ ਹੁੰਦੇ ਨੇ ਕਿ ਬਹੁਤ ਛੇਤੀ ਤੁਸੀਂ ਬੇਟਾ ਨੰਬਰ ਬੋਲ ਕੇ ਲੰਘ ਜਾਂਦੇ ਹੋ ਤੇ ਸਾਨੂੰ ਸਮਝ ਨਹੀਂ ਆਉਂਦਾ। ਸੋ ਇਹ ਮੇਰੀ ਬੇਨਤੀ ਹੈ ਕਿ ਤੁਸੀਂ ਇਹਦੇ ਵੱਲ ਜ਼ਰੂਰ ਧਿਆਨ ਦਿਓ। ਦੂਸਰਾ ਇੱਕ ਹੋਰ ਮਸਲਾ ਆ ਜਿਹੜਾ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੱਕਿਆ ਹੈ, ਤੇ ਉਸ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਜੇ ਇਹਨਾਂ ਦੀ ਮਦਦ ਕਰ ਸਕਾਂ, ਕਿਉਂਕਿ ਮਸਲਾ ਸਿੱਖ ਕੌਮ ਦੇ ਨਾਲ, ਸਿੱਖ ਪੰਥ ਦੇ ਨਾਲ ਜੁੜਿਆ ਹੋਇਆ ਹੈ। ਡਾਂਗਮਾਰ ਸਾਹਿਬ ਗੁਰੂ ਘਰ ਦਾ ਜੋ ਮਸਲਾ ਹੈ ਇਹਨਾਂ ਨੇ ਜੋ ਚੱਕਿਆ ਬਿਲਕੁਲ ਸਹੀ ਚੱਕਿਆ ਹੈ, ਤੇ ਉੱਥੇ ਦੇ CM ਨੇ ਜੋ ਐਲਾਨ ਕੀਤਾ ਵੀ ਇੱਥੇ ਕੋਈ ਇਤਿਹਾਸਿਕ ਸਥਾਨ ਸੀਗਾ ਹੀ ਨਹੀਂ, ਕੁਛ ਨਹੀਂ। ਇਸ ਚੀਜ਼ ਦੀ ਪੁਸ਼ਟੀ ਮੈਂ ਵੀ ਕਰ ਸਕਦਾ ਹਾਂ, ਤੇ ਮੈਂ ਲੱਭ ਰਿਹਾ ਹਾਂ ਕਿਉਂਕਿ 2016 ਦੇ ਵਿੱਚ ਜਾਂ ਮੇਰੇ ਹਿਸਾਬ 2016 ਦੇ ਵਿੱਚ ਹੀ ਸ਼ਾਇਦ ਜਾਂ 17 ਦੇ ਵਿੱਚ ਮੈਂ ਆਪਣੀ ਟੀਮ ਭੇਜ ਕੇ ਸਪੈਸ਼ਲੀ ਉੱਥੇ ਇੱਕ ਪੂਰੀ ਪ੍ਰੋਪਰ ਡਾਕੂਮੈਂਟਰੀ ਕਵਰ ਕਰਵਾਈ ਸੀ। ਤਕਰੀਬਨ 4 ਦਿਨ ਮੇਰੀ ਟੀਮ ਉੱਥੇ ਰਹੀ ਸੀ, ਪੂਰੀ ਡਾਕੂਮੈਂਟਰੀ ਬਣਾਈ ਸੀ, ਜਿਸ ਦੇ ਵਿੱਚ ਇੱਕ ਚੀਜ਼ ਐਕਸਪਲੇਨ ਕੀਤੀ ਗਈ, ਤੇ ਉਹ ਵੀ ਆਪਣਿਆਂ ਵੱਲੋਂ ਨਹੀਂ। ਉੱਥੇ ਜਿਹੜੇ ਬੁੱਧਿਸਟ ਰਹਿੰਦੇ ਨੇ, ਲਾਂਬੇ ਰਹਿੰਦੇ ਨੇ, ਉਹਨਾਂ ਦੇ ਵੱਲੋਂ ਉਹ ਚੀਜ਼ਾਂ ਐਕਸਪਲੇਨ ਕੀਤੀਆਂ ਗਈਆਂ ਸੀ ਕਿ ਗੁਰੂ ਨਾਨਕ ਦੇਵ ਜੀ ਕਦੋਂ ਆਏ, ਕਿਹੜੇ ਟਾਈਮ ਇੱਥੇ ਰਹੇ, ਕੀ ਇੱਥੇ ਦਾ ਇਤਿਹਾਸ ਹੈ। ਇਹ ਉਹ ਸਮਾਂ ਸੀ ਜਦੋਂ ਗੁਰਦੁਆਰੇ ਦੇ ਵਿੱਚੋਂ ਇਹਨਾਂ ਨੇ ਪਾਲਕੀ ਸਾਹਿਬ ਕੱਢ ਕੇ ਤੇ ਬਾਹਰ ਸੜਕ ਉੱਤੇ ਸੁੱਟਤੀ ਸੀ। ਸੰਗਤ ਨੂੰ ਪਤਾ ਹੋਏਗਾ ਬਹੁਤ ਚੰਗੀ ਤਰ੍ਹਾਂ, ਉਦੋਂ ਹੀ ਇਹ ਮਸਲਾ ਲਾਈਮਲਾਈਟ 'ਚ ਆਇਆ ਸੀ, ਤੇ ਉਦੋਂ ਮੈਂ ਆਪਣੀ ਟੀਮ ਸਪੈਸ਼ਲੀ ਉੱਥੇ ਭੇਜੀ ਸੀ। ਪਰ ਉਹ ਚੈਨਲ ਮੇਰਾ ਨਹੀਂ ਸੀ, ਮੈਂ ਇੱਕ ਨਿੱਜੀ ਚੈਨਲ ਦੇ ਵਿੱਚ ਕੰਮ ਕਰਦਾ ਸੀ ਐਜ਼ ਏ ਚੈਨਲ ਹੈਡ। ਮੈਂ ਉਹਨਾਂ ਨਾਲ ਸੰਪਰਕ ਕਰ ਰਿਹਾ ਹਾਂ ਵੀ ਜੇ ਉਹ ਡਾਕੂਮੈਂਟਰੀ ਮੈਨੂੰ ਮਿਲਦੀ ਹੈ, ਕਿਉਂਕਿ ਉੱਥੇ ਸਿਰਫ ਸੰਗਤ ਜੀ ਇਹ ਗੁਰੂ ਘਰ ਨਹੀਂ, ਉੱਥੇ ਕਈ 100 ਏਕੜ ਜ਼ਮੀਨ ਹੈ ਜੋ ਬਾਬੇ ਨਾਨਕ ਦੇ ਨਾਮ 'ਤੇ ਬੋਲਦੀ ਹੈ। ਸ਼ਾਇਦ ਅਗਰ SGPC ਨੂੰ ਇਸ ਬਾਰੇ ਨਾ ਪਤਾ ਹੋਵੇ ਤਾਂ ਵੀ ਮੈਂ ਜਾਣਕਾਰੀ ਦੇ ਦੇਣਾ, ਕਿਉਂਕਿ ਉਸਦੇ ਪੁਖਤਾ ਸਬੂਤ ਮੇਰੇ ਕੋਲ ਸੀ। ਤੇ ਉਹ ਮੈਨੂੰ ਕਿਉਂਕਿ 2016-17 ਦਾ ਮਸਲਾ ਹੈ ਤਾਂ ਮੈਨੂੰ ਫਾਈਲਾਂ ਖੰਗਾਲਣੀਆਂ ਪੈਣਗੀਆਂ, ਮੈਨੂੰ ਦੇਖਣਾ ਪੈਣਾ ਹੈ ਕਿੱਥੇ ਪਿਆ ਹੈ ਉਹ ਮਟੀਰੀਅਲ। ਤੇ ਇਸ ਦੇ ਵਿੱਚ ਮੈਂ ਦੁਸ਼ਮਣ ਨਹੀਂ ਹਾਂ ਕੌਮ ਦਾ, ਮੈਂ ਦੁਸ਼ਮਣ ਨਹੀਂ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਜਿੱਥੇ ਤੁਸੀਂ ਚੰਗਾ ਕੰਮ ਕਰੋਗੇ, ਜੇਕਰ ਮੇਰੇ ਹੱਥ ਵੱਸ ਕੁਛ ਹੈਗਾ ਤਾਂ ਮੈਂ ਤੁਹਾਡਾ ਜ਼ਰੂਰ ਸਾਥ ਦਊਂਗਾ। ਤੁਸੀਂ ਬੇਸ਼ੱਕ ਮੈਨੂੰ ਸਿੱਧੇ ਮੂੰਹ ਬੁਲਾਓ ਨਾ ਬੁਲਾਓ, ਪਰ ਇਸ ਕਾਰਜ ਦੇ ਵਿੱਚ ਅਗਰ ਮੈਨੂੰ ਡਾਕੂਮੈਂਟਰੀ ਮਿਲਦੀ ਹੈ, ਜਿੱਦਾਂ ਮਰਜ਼ੀ ਪਹੁੰਚਾਵਾਂ, ਚਾਹੇ ਪੈਨ ਡਰਾਈਵ 'ਚ ਪਾ ਕੇ ਤੁਹਾਡੇ ਤੱਕ ਪਹੁੰਚਾਵਾਂ, ਉਹ ਤੁਹਾਡੇ ਤੱਕ ਪਹੁੰਚ ਜਾਊਗੀ ਤੇ ਤੁਹਾਨੂੰ ਖੁਸ਼ੀ ਹੋਊਗੀ। ਉਹ ਡਾਕੂਮੈਂਟਰੀ ਦੇ ਵਿੱਚ ਮੈਂ ਕਿਤੇ ਨਹੀਂ ਹੈ, ਮੈਕਸੀਮਮ ਮੇਰੀ ਆਵਾਜ਼ ਹੋ ਸਕਦੀ ਹੈ। ਮੈਂ ਟੀਮ ਭੇਜ ਕੇ ਸ਼ੂਟ ਕਰਵਾਏ ਸੀ, ਤਾਂ ਇਹ ਨਹੀਂ ਹੈ ਕਿ ਤੁਹਾਨੂੰ ਸੈਣੀ ਨੂੰ ਝੱਲਣਾ ਪਏਗਾ ਉੱਥੇ, ਠੀਕ ਹੈ ਜੀ। ਖੈਰ ਅੱਗੇ ਆਉਂਦੇ ਹਾਂ। ਧਾਮੀ ਸਾਹਿਬ, ਬੇਨਤੀਆਂ ਮੈਂ ਬਹੁਤ ਵਾਰ ਕੀਤੀਆਂ ਕਿ ਜਿਹੜੀ ਕਰਪਸ਼ਨ ਹੁੰਦੀ ਹੈ ਨਾ, ਉਹਦੇ ਉੱਤੇ ਅਸੀਂ ਠੱਲ ਪਾਈਏ, ਕਰਪਟ ਬੰਦਿਆਂ ਨੂੰ ਅਸੀਂ ਹੱਲਾਸ਼ੇਰੀ ਨਾ ਦਈਏ। ਹੁਣ ਇਸ ਚੀਜ਼ ਦੀ ਪੁਸ਼ਟੀ ਤੁਸੀਂ ਆਪ ਕਰ ਦਿਓ ਕਿ ਸੁਖਵਿੰਦਰ ਸਿੰਘ ਗਰੇਵਾਲ, ਉਹੀ ਜਿਹਨੇ 60 ਲੱਖ ਰੁਪਏ 'ਚ ਕੋਠੀ ਖਰੀਦੀ ਤੇ 2.5 ਕਰੋੜ ਦੇ ਵਿੱਚ ਨਜ਼ਦੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੇਚੀ ਗਈ, ਇਸੇ ਮਸਲੇ ਨੂੰ ਲੈ ਕੇ
ਆਈ ਥਿੰਕ ਤੁਹਾਡੇ ਐਸਜੀਪੀਸੀ ਮੈਂਬਰ ਹੀ ਚੰਗਾਲ ਸਾਹਿਬ ਲਾਲਪੁਰਾ ਸਾਹਿਬ ਨੂੰ ਵੀ ਮਿਲੇ ਸੀ, ਮੰਗ ਪੱਤਰ ਉਹਨਾਂ ਨੂੰ ਦਿੱਤਾ ਸੀ। ਹਾਂਜੀ ਬਿਲਕੁਲ ਉਹੀ ਧਾਮੀ ਸਾਹਿਬ ਜਿਹਨਾਂ ਨੂੰ ਤੁਸੀਂ ਆਪਣੀ ਮੀਟਿੰਗ ਦੇ ਵਿੱਚ ਫਿਰ ਸੁਣਾਈਆਂ ਵੀ ਸੀਗੀਆਂ, ਜ਼ਲੀਲ ਵੀ ਕੀਤਾ ਸੀ। ਜ਼ਲੀਲ ਕਰਨਾ ਸਾਡਾ ਫਰਜ਼ ਨਹੀਂ ਬਣਦਾ। ਜੇ ਉਹ ਲਾਲਪੁਰਾ ਸਾਹਿਬ ਕੋਲ ਚਲੇ ਗਏ ਤਾਂ ਫਿਰ ਇਸ ਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ, ਕਿਉਂਕਿ ਅਗਰ ਇਸ ਦੇ ਉੱਤੇ ਕਾਰਵਾਈ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਹੀ ਹੋ ਜਾਂਦੀ ਤਾਂ ਸ਼ਾਇਦ ਗੱਲ ਕੁਝ ਹੋਰ ਹੁੰਦੀ, ਸਾਨੂੰ ਉਧਰ ਦਾ ਮੂੰਹ ਕਰਨਾ ਹੀ ਨਾ ਪੈਂਦਾ। ਸਰਕਾਰਾਂ ਕਿਹੜੀਆਂ ਨੇ ਸਾਡੇ ਕੋਲ? ਪੰਜਾਬ ਸਰਕਾਰ ਹੈ, ਉਸ ਤੋਂ ਬਾਅਦ ਕੇਂਦਰ ਸਰਕਾਰ ਹੈ। ਪਰ ਜੇ ਕੋਈ ਵਿਅਕਤੀ ਵਿਸ਼ੇਸ਼ ਚਲ ਜਾਵੇ, ਚੰਗਾਲ ਸਾਹਿਬ ਵਰਗੇ ਚਲ ਜਾਣ, ਸੈਣੀ ਵਰਗੇ ਚਲ ਜਾਵੇ, ਜਾਂ ਕੋਈ XYZ ਸਿੱਖ ਜਥੇਬੰਦੀ ਇਕੱਲੀ ਜਾ ਕੇ ਕੇਂਦਰ ਨੂੰ ਮਿਲਿਆ ਆਵੇ ਤਾਂ ਉਹ ਕੇਂਦਰ ਦੇ ਦੱਲੇ ਬਣ ਜਾਂਦੇ ਨੇ, ਆਮ ਲੋਕਾਂ ਵਾਸਤੇ ਵੀ ਤੇ ਸਾਡੇ ਧਾਰਮਿਕ ਆਗੂਆਂ ਵਾਸਤੇ ਵੀ, ਤੇ ਸੋ ਕੋਲਡ ਇਹਨਾਂ ਦੇ ਜਿਹੜੇ ਲੱਲੀ ਛੱਲੀ ਰੱਖੇ ਹੋਏ ਨੇ ਕਮੈਂਟਾਂ ਵਾਸਤੇ ਸਿਰਫ ਆਈਡੀਆ ਬਣਾ ਕੇ, ਉਹਨਾਂ ਵਾਸਤੇ ਵੀ। ਤੇ ਜਦੋਂ ਮੈਂ ਲਾਲਪੁਰਾ ਜੀ ਨੂੰ ਮਿਲ ਕੇ ਆਇਆ ਤਾਂ ਉਦੋਂ ਹੀ ਥੱਲੇ ਕਮੈਂਟ 2-4 ਜਣੇ ਕਰ ਰਹੇ ਸੀ, ਇਹ ਉੱਥੇ ਕੀ ਕਰਨ ਗਿਆ ਸੀ। ਇੱਕ ਤਾਂ ਉਹ ਗ੍ਰੇਟ ਅੰਮ੍ਰਿਤਸਰ ਕਰਕੇ ਆਈਡੀ ਪਰਮਾਨੈਂਟ ਐਸੀ ਨਹੀਂ ਬਣਾ ਕੇ ਰੱਖੀ ਹੋਈ ਹੈ, ਉਹ ਲਗਾਤਾਰ ਮਤਲਬ ਕਮੈਂਟ ਇਹੀ ਕਰਦੇ ਨੇ ਉਹ। ਤੇ ਉਹਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉੱਥੋਂ ਪਤਾ ਲੱਗਦਾ ਆ ਕਿ ਆਖਿਰ ਇਹ ਕਿੰਨੇ ਕੀ ਸੰਜੀਦਾ ਨੇ ਸਿੱਖ ਕੌਮ ਦੇ ਮਸਲਿਆਂ ਨੂੰ ਲੈ ਕੇ। ਹੁਣ ਅਗਰ ਮਤਲਬ ਐਸਜੀਪੀਸੀ ਦਾ ਕੋਈ ਵਫਦ ਜਾ ਕੇ ਅਮਿਤ ਸ਼ਾਹ ਨੂੰ ਜਾਂ ਕੇਂਦਰ ਸਰਕਾਰ ਦੇ ਕਿਸੇ ਵੀ ਵਫਦ ਨੂੰ ਜਾ ਕੇ ਮਿਲਦਾ ਹੈ ਤਾਂ ਉਹ ਬਹੁਤ ਚੜ੍ਹਦੀ ਕਲਾ ਵਾਲਾ ਕਾਰਜ ਕਰਕੇ ਆਏ ਨੇ। ਜੇਕਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਥੇ ਦੇ ਮੰਤਰੀ ਸੰਤਰੀ ਜਾ ਕੇ ਕੇਂਦਰ ਸਰਕਾਰ ਨੂੰ ਮਿਲ ਕੇ ਆਉਂਦੇ ਨੇ, ਅਕਾਲੀ ਦਲ ਦੀ ਟੀਮ ਜਾ ਕੇ ਮਿਲ ਕੇ ਆਉਂਦੀ ਤਾਂ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਹੈ। ਹੋਰ ਕੋਈ ਮਤਲਬ ਵੱਡਾ ਸਿੱਖ ਗਰੁੱਪ ਜਿਹੜਾ ਮਤਲਬ ਇਹਨਾਂ ਸਿਆਸੀ ਧਿਰਾਂ ਦੇ ਨਾਲ ਹੋਵੇ, ਉਹ ਜਾ ਕੇ ਕੋਈ ਮੰਗ ਪੱਤਰ ਸੈਂਟਰ ਨੂੰ ਦੇ ਕੇ ਆਵੇ ਤਾਂ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਹੈ ਜੀ। ਉਦੋਂ ਉਹਨਾਂ ਉੱਤੇ ਉਹਨਾਂ ਨੂੰ ਸਰਟੀਫਿਕੇਟ ਨਹੀਂ ਦਿੱਤੇ ਜਾਂਦੇ ਕੇਂਦਰ ਦੇ ਦਲਾਲਾਂ ਦੇ, ਉਦੋਂ ਉਹਨਾਂ ਨੂੰ ਸਰਟੀਫਿਕੇਟ ਦੇਣ ਦੀ ਹਿੰਮਤ ਕਿਉਂ ਨਹੀਂ ਕਿਸੇ ਦੀ ਪੈਂਦੀ ਵੀ ਇਹ ਹੁਣ ਜਾ ਕੇ ਕੇਂਦਰ ਦੇ ਸਾਹਮਣੇ ਕਿਉਂ ਝੁਕ ਰਹੇ ਨੇ ਜਿਨ੍ਹਾਂ ਨੇ ਸਾਡਾ ਜੀਣਾ ਹਰਾਮ ਕੀਤਾ। ਪਰ ਨਹੀਂ, ਉਦੋਂ ਸਾਡੇ ਭਾਈਵਾਲ ਹੁੰਦੇ ਨੇ। ਫਿਰ ਉਦੋਂ ਤੁਹਾਡੇ ਕੋਲ ਹੁੰਦਾ ਵੀ ਕੇਂਦਰ ਸਰਕਾਰ ਨੇ ਤਾਂ ਸਾਰਾ ਕੁਝ ਕਰਨਾ ਹੈ, ਉਹਨੇ ਤਾਂ ਸਾਨੂੰ ਫੰਡ ਦੇਣੇ ਨੇ, ਉਹਨੇ ਤਾਂ ਸਾਰਾ ਕੁਝ ਰਿਲੀਜ਼ ਕਰਨਾ ਹੈ। ਜੇ ਅਸੀਂ ਕੇਂਦਰ ਦੇ ਨਾਲ ਵਿਗਾੜਾਂਗੇ ਤਾਂ ਹੋਰ ਬਣਾਵਾਂਗੇ ਕਿਹਦੇ ਨਾਲ? ਜੇ ਇਹੀ ਸੋਚ ਮੇਰੇ ਵਰਗਾ ਜਾਂ ਕੋਈ ਹੋਰ ਵਿਅਕਤੀ ਰੱਖ ਲੈਂਦਾ, ਚੰਗਾਲ ਸਾਹਿਬ ਵਰਗਾ ਰੱਖ ਲੈਂਦਾ ਵੀ ਸਾਡੀ ਇੱਥੇ ਢੋਈ ਨਹੀਂ ਹੋ ਰਹੀ, ਪੰਜਾਬ ਸਰਕਾਰ ਨਹੀਂ ਸੁਣ ਰਹੀ, ਐਸਜੀਪੀਸੀ ਨਹੀਂ ਸੁਣਦੀ ਪਈ, ਸਿੱਖ ਜੁਡੀਸ਼ੀਅਲ ਕਮਿਸ਼ਨ ਨਹੀਂ ਸੁਣਦਾ ਪਿਆ, ਚਲੋ ਇਸ ਤੋਂ ਉੱਤੇ ਜਿਹੜੀ ਅਦਾਲਤ ਆ ਉਹਦੇ ਕੋਲ ਉੱਥੇ ਜਾ ਕੇ ਦਰਵਾਜ਼ਾ ਖੜਕਾ ਲੈਂਦੇ ਆ, ਤਾਂ ਫਿਰ ਉਹ ਗੱਦਾਰ ਕਿੱਦਾਂ ਹੋ ਗਏ? ਜਵਾਬ ਇਹਦਾ ਵੀ ਜ਼ਰੂਰ ਦਿਓ, ਕਿਉਂਕਿ ਸਰਟੀਫਿਕੇਟ ਉਹਨੂੰ ਦੇਣ ਦੀ ਇਜਾਜ਼ਤ ਅਸੀਂ ਦੇਵਾਂਗੇ ਜਿਹੜੇ ਦੇਣ ਲਾਇਕ ਹੋਣਗੇ, ਜਿਹੜੇ ਆਪ ਹੀ ਗਰਕੇ ਹੋਏ ਨੇ, ਜਿਹਨਾਂ ਨੂੰ ਸਵਾਲਾਂ ਦੇ ਜਵਾਬ ਹੀ ਨਹੀਂ ਦੇਣੇ ਆਉਂਦੇ, ਜੋ ਸੱਚ ਬੋਲ ਹੀ ਨਹੀਂ ਸਕਦੇ, ਉਹ ਦੂਜਿਆਂ ਨੂੰ ਕੀ ਸਰਟੀਫਿਕੇਟ ਦੇਣਗੇ। ਖੈਰ ਧਾਮੀ ਸਾਹਿਬ, ਸਵਾਲ ਮੇਰਾ ਇਹੀ ਹੈ, ਸੁਖਵਿੰਦਰ ਸਿੰਘ ਗਰੇਵਾਲ ਸੰਗਤ ਜੀ ਉਹੀ ਬੰਦਾ ਜਿਹਨੇ 60 ਲੱਖ ਦੀ ਕੋਠੀ ਖਰੀਦੀ ਤੇ 2.5 ਕਰੋੜ ਦੇ ਰਾਊਂਡ ਇਹਨਾਂ ਨੇ ਐਸਜੀਪੀਸੀ ਨੂੰ ਚੇਪੀ, ਉਸ ਦੇ ਉੱਤੇ ਮਾਮਲਾ ਵੀ ਦਰਜ ਮਤਲਬ ਚੱਲ ਰਿਹਾ ਸੀ। ਉਹ ਜੋ ਵੀ ਇਹਨਾਂ ਦੀ ਫਲਾਈਂਗ ਹੈਗੀ ਉਹਨਾਂ ਨੇ ਕਾਰਵਾਈ ਕੋਈ ਸਾਰਾ ਕੁਛ ਕੀਤੀ, ਕੋਈ ਪਰਚਾ ਪੁਰਚਾ ਦਰਜ ਨਹੀਂ ਹੋਇਆ, ਪਰਚਾ ਹੀ ਕਿਸੇ 'ਤੇ ਦਰਜ ਕਰਵਾਉਂਦੇ ਵੀ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਐਕਟ ਬਾਹਰ ਦੀ ਕੋਈ ਵੀ ਸੰਸਥਾ ਨਹੀਂ ਇੰਟਰਫੇਅਰ ਕਰ ਸਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ। ਬਿਲਕੁਲ ਵੀ ਸਾਨੂੰ ਦਖਲਅੰਦਾਜ਼ੀ ਬਰਦਾਸ਼ਤ ਨਹੀਂ, ਕਿਸੇ ਵੀ ਸਿੱਖ ਨੂੰ ਨਹੀਂ। ਸੱਚੀ ਧਾਮੀ ਸਾਹਿਬ, ਪਰ ਜੋ ਕੁਝ ਚੱਲ ਰਿਹਾ ਹੈ ਹੁਣ ਹਰ ਸਿੱਖ ਚਾਹੁੰਦਾ ਹੈ ਕਿ ਦਖਲ ਅੰਦਾਜ਼ੀ ਹੋਵੇ, ਇਹ ਜਿਹੜਾ ਗੰਦ ਅੰਦਰ ਹੈਗਾ ਉਹ ਸਾਫ਼ ਹੋਵੇ। ਸਾਰੇ ਨਹੀਂ ਹੈਗੇ, ਕੁਝ ਪਰਸੈਂਟ ਜਿਹੜੇ ਹੈਗੇ ਨੇ, ਜਿੱਦਾਂ ਇੱਕ ਮੱਛੀ ਸਾਰੇ ਤਲਾਬ ਨੂੰ ਗੰਦਾ ਕਰਦੀ ਹੈ, ਜੇ ਸ਼ੁਰੂਆਤ 'ਚ ਹੀ ਉਹ ਇੱਕ ਇੱਕ ਮੱਛੀ ਤੁਸੀਂ ਕੱਢਣੀ ਸ਼ੁਰੂ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਸਾਨੂੰ ਇਹ ਦਿਨ ਨਾ ਵੇਖਣਾ ਪੈਂਦਾ। ਪਰ ਸੰਗਤ ਦੀ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਸੁਖਵਿੰਦਰ ਸਿੰਘ ਗਰੇਵਾਲ ਦੇ ਸਾਰੇ ਫੰਡ ਕਲੀਅਰ ਕਰਨ ਵਾਸਤੇ ਚਿੱਠੀ ਭੇਜ ਦਿੱਤੀ ਗਈ ਹੈ ਫਤਿਹਗੜ੍ਹ ਸਾਹਿਬ, ਤੇ ਇਹ ਹੁਣ ਧਾਮੀ ਜੀ ਕਲੀਅਰ ਕਰਨਗੇ ਜਾਂ ਇਹਨਾਂ ਦੇ ਅਮਲਾ ਇੰਚਾਰਜ ਜਿਹੜੇ ਸਕੱਤਰ ਬਣ ਚੁੱਕੇ ਨੇ ਗੁਰਨਾਮ ਜੀ ਉਹ ਕਲੀਅਰ ਕਰ ਦੇਣ, ਪ੍ਰਤਾਪ ਜੀ ਕਲੀਅਰ ਕਰ ਦੇਣ ਸੱਚ ਹੈ ਕਿ ਝੂਠ ਹੈ। ਤੇ ਜੇਕਰ ਉਹਨਾਂ ਦੇ ਸਾਰੇ ਫੰਡ ਕਲੀਅਰ ਕੀਤੇ ਜਾ ਰਹੇ ਨੇ ਤਾਂ ਕੀ ਆ ਜਿਹੜਾ 60 ਲੱਖ ਤੋਂ 2.5 ਕਰੋੜ ਵਾਲਾ ਮਸਲਾ ਹੈ ਉਹ ਸੋਲਵ ਹੋ ਚੁੱਕਿਆ ਆ, ਸੌਟ ਆਊਟ ਹੋ ਚੁੱਕਿਆ ਆ? ਕੀ ਉਹ ਬੇਦੋਸ਼ੀ ਪਾਏ ਗਏ ਨੇ ਇਸ ਮਸਲੇ ਦੇ ਵਿੱਚ, ਜਾਂ ਤੁਹਾਡੇ ਇੱਕ ਦੋ ਹੋਰ ਸ਼ਬਦ ਸੀਗੇ ਬੜੇ ਭਾਰੇ ਭਾਰੇ ਜਿਹੇ ਯੂਜ਼ ਕਰਦੇ ਹੁੰਦੇ ਹੋ ਤੁਸੀਂ, ਠੀਕ ਹੈ ਨਾ, ਦੋਸ਼ੀ ਤੇ ਮੁਕੰਮਲ ਦੋਸ਼ੀ। ਉਹ ਦੋਸ਼ੀ ਸਾਬਿਤ ਹੋਏ ਨੇ, ਮੁਕੰਮਲ ਦੋਸ਼ੀ ਸਾਬਿਤ ਹੋਏ ਨੇ, ਕਿਰਪਾ ਕਰਕੇ ਸੰਗਤ ਨੂੰ ਦੱਸਿਆ ਜਾਵੇ। ਤੇ ਇੱਕ ਹੋਰ ਮੇਰੇ ਕੋਲ ਇਨਫੋਰਮੇਸ਼ਨ ਪਹੁੰਚੀ ਸੀ ਕਿ ਮੈਂ ਨੰਬਰ ਟਰੇਸ ਕਰ ਰਿਹਾ ਹਾਂ, ਜੇ ਨੰਬਰ ਮੈਨੂੰ ਮਿਲ ਜਾਂਦਾ ਹੈ ਧਾਮੀ ਸਾਹਿਬ ਤੁਹਾਡੇ ਨੌਲੇਜ ਦੇ ਵਿੱਚ ਲਿਆ ਦਿੰਦਾ ਆ ਮੋਟਾ ਮੋਟਾ ਜਿਹਾ ਜਿੰਨਾ ਕਿ ਮੇਰੇ ਕੋਲ ਇਹ ਇਨਫੋਰਮੇਸ਼ਨ ਪਹੁੰਚੀ ਹੈ। ਕੋਈ ਤੁਹਾਡਾ ਸਕੱਤਰ ਹੈ ਸਿਮਰਨਜੀਤ ਸਿੰਘ, ਠੀਕ ਹੈ ਜੀ, ਇਹ ਆਈ ਥਿੰਕ 30 ਸਤੰਬਰ ਨੂੰ ਰਿਟਾਇਰ ਹੋਏ ਨੇ। ਤੇ ਇੱਕ
ਗੁਰਨਾਮ ਸਿੰਘ ਨੂੰ ਤਾਂ ਤੁਸੀਂ ਮੀਤ ਸਕੱਤਰ ਬਣਾਤਾ, ਤੇ ਉਸ ਤੋਂ ਬਾਅਦ ਪੀਐਸ ਸਤਵੀਰ ਓਐਸਡੀ ਜਿਹੜਾ 3 ਸਾਲ ਪਹਿਲਾਂ ਸੰਗਤ ਜੀ ਰਿਟਾਇਰ ਹੋ ਗਿਆ ਸੀ, ਉਸ ਤੋਂ ਬਾਅਦ ਧਾਮੀ ਸਾਹਿਬ ਨੂੰ ਇਹਨਾਂ ਨਾਲ ਬਹੁਤ ਪਿਆਰ ਸੀ, ਧਾਮੀ ਸਾਹਿਬ ਨੇ ਇਹਨਾਂ ਨੂੰ ਵਾਪਸ ਬੁਲਾ ਲਿਆ। ਤੇ ਇਹਨਾਂ ਦਾ ਇੱਕ ਕੋਈ ਡਰਾਈਵਰ ਹੈਗਾ ਆ, ਉਹ ਮਤਲਬ ਇਹਨਾਂ ਨੇ ਮਿਲ ਕੇ, ਰੇਸ਼ਮ ਸਿੰਘ ਹੈ ਡਰਾਈਵਰ ਦਾ ਨਾਮ, ਸਤਵੀਰ ਦੇ ਥਰੂ ਰੇਸ਼ਮ ਸਿੰਘ ਨੇ ਆਪਣੇ 2 ਬੇਟੇ ਭਰਤੀ ਕਰਵਾਏ ਨੇ। ਕਿਹੜੇ ਗ੍ਰੇਡਸ ਦੇ ਹਿਸਾਬ ਨਾਲ ਕੀਤੇ ਗਏ ਨੇ ਉਹ ਭਰਤੀ, ਉਹ ਵੀ ਦੱਸਿਆ ਜਾਵੇ ਕਿਰਪਾ ਕਰਕੇ, ਕਿਹੜੇ ਤਰੀਕੇ ਨਾਲ, ਕਿਉਂਕਿ ਅਸੀਂ 1925 ਐਕਟ ਦੀਆਂ ਬਹੁਤ ਦੁਹਾਈਆਂ ਦਿੰਦੇ ਹਾਂ, ਤੇ ਇੱਕ ਪਰਿਵਾਰ ਦਾ ਇੱਕੋ ਹੀ ਬੱਚਾ ਹੋਣਾ ਚਾਹੀਦਾ ਹੈ। ਪ੍ਰਤਾਪ ਸਿੰਘ ਦੇ ਮੈਂ ਕੱਲ੍ਹ ਗਿਣਾਤੇ, ਅੱਜ ਪ੍ਰਤਾਪ ਸਿੰਘ ਦੇ ਸਾਲਾ ਸਾਹਿਬ 'ਤੇ ਵੀ ਆਵਾਂਗੇ ਚੰਡੀਗੜ੍ਹ, ਜਿਹੜੇ ਸੇਵਾ ਨਿਭਾ ਰਹੇ ਆ। ਖੈਰ ਉਹ ਬਾਅਦ ਦੀ ਗੱਲ ਆ, ਪਹਿਲਾਂ ਇਹ ਕਹਿ ਦੇਣਾ ਵੀ ਇਹਨਾਂ ਨੇ ਤਕਰੀਬਨ ਮਤਲਬ 77 ਜਿੱਥੇ ਤੱਕ ਮੈਨੂੰ ਪਤਾ ਲੱਗਿਆ ਕਿ ਉੱਥੇ ਜੋ ਕੁਝ ਚੱਲਿਆ, ਤੁਹਾਡੇ ਕਿਸੇ ਛੋਟੇ ਕਾਮੇ ਦਾ ਮੈਨੂੰ ਫੋਨ ਆਇਆ ਸੀ, ਤੇ ਇਸ ਕਰਕੇ ਮੈਂ ਕਨਫਰਮੇਸ਼ਨ ਨਹੀਂ ਕਰਦਾ ਧਾਮੀ ਸਾਹਿਬ, ਸਿਰਫ ਤੁਹਾਡੇ ਤੋਂ ਕਨਫਰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਆਹ 3 ਬੰਦਿਆਂ ਨੇ ਮਿਲ ਕੇ, ਮੈਨੂੰ ਪਤਾ ਲੱਗਿਆ ਵੀ ਸਿਮਰਨਜੀਤ ਦਾ ਜੀਣਾ ਹਰਾਮ ਕੀਤਾ ਹੋਇਆ ਸੀ ਸਕੱਤਰ ਸਾਹਿਬ ਦਾ। ਇਹਨਾਂ ਦੀ ਰਿਟਾਇਰਮੈਂਟ ਹੋਈ ਹੈ, ਤੇ ਸ਼ਾਇਦ ਕੋਈ ਰੂਮ ਵਗੈਰਾ ਤੁਸੀਂ ਕਿਤੇ ਦਿੰਦੇ ਹੋਣਗੇ, ਜਿੱਥੇ ਇਹ ਰਹਿੰਦੇ ਹੋਣਗੇ ਉੱਥੇ ਰੂਮ ਸੀਗਾ, ਉਹ ਰੂਮ ਖਾਲੀ ਕਰਾਉਣ ਵਾਸਤੇ ਇਸ ਸਕੱਤਰ ਨੂੰ ਹੱਦੋਂ ਵੱਧ ਜਲੀਲ ਕੀਤਾ ਗਿਆ। ਇੱਥੇ ਤੱਕ ਕਿ ਗੁਰਨਾਮ ਸਿੰਘ ਨੇ ਇੱਥੇ ਤੱਕ ਕਹਿਤਾ ਸੀ ਤੇਰੀ ਗ੍ਰੈਜੂਟੀ ਜਿਹੜੀ ਉਹ ਕਲੀਅਰ ਨਹੀਂ ਕਰਾਂਗੇ। ਖੈਰ ਉਹ ਕਲੀਅਰ ਕਰ ਦਿੱਤੀ ਗਈ ਹੈ, ਬਾਕੀ ਦੇ ਫੰਡ ਕਲੀਅਰ ਹੋ ਜਾਣਗੇ ਉਹਨਾਂ ਦੇ। ਉਹ ਵੀ ਪਤਾ ਹੈ ਕਿ ਪੀਐਫ ਵਗੈਰਾ ਕੋਈ ਨਹੀਂ ਰੋਕ ਸਕਦਾ, ਕਿਉਂਕਿ ਜੇ ਰੋਕੋਗੇ ਤਾਂ ਹਾਈ ਕੋਰਟ ਤਾਂ ਸਾਹਮਣੇ ਹੈ ਹੀ, ਜਾ ਕੇ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਪਰ ਇਹਨਾਂ ਨੂੰ ਕਮਰਾ, ਸਿਰਫ ਕਮਰੇ ਖਾਲੀ ਕਰਨ ਵਾਸਤੇ, ਜਿਸ ਬੰਦੇ ਨੇ, ਜਿਹੜਾ ਡਰਾਈਵਰ ਹੈ, ਉਹਨੇ, ਜਿਹੜੇ ਬੰਦੇ ਨੇ, ਰੇਸ਼ਮ ਨੇ ਕਮਰੇ ਖਾਲੀ ਕਰਨ ਵਾਸਤੇ, ਆਲਰੇਡੀ ਉਸ ਦੇ ਕੋਲ 3 ਜਾਂ 4 ਕਮਰੇ ਹੈਗੇ ਨੇ। ਦੂਸਰੀ ਚੀਜ਼, ਇਸ ਜਿਹੜਾ ਡਰਾਈਵਰ ਹੈਗਾ ਆ, ਮਤਲਬ ਤੁਹਾਡੇ ਹਿਸਾਬ ਦੇ ਨਾਲ ਕਮਰੇ ਉਹਨੂੰ ਦਿੱਤੇ ਜਾਂਦੇ ਨੇ, ਜਾਂ ਫਲੈਟ ਜਾਂ ਜੋ ਵੀ ਤੁਹਾਡੇ ਮਕਾਨ ਦੀ ਸੁਵਿਧਾ ਹੈ ਗੁਰੂ ਘਰਾਂ ਵੱਲੋਂ, ਉਹਨਾਂ ਨੂੰ ਦਿੱਤੇ ਜਾਂਦੇ ਨੇ ਜਿਨ੍ਹਾਂ ਦਾ ਘਰ ਜਾਂ ਮਕਾਨ ਮਤਲਬ 20 ਕਿਲੋਮੀਟਰ ਅਦਾਰੇ ਤੋਂ ਦੂਰ ਹੈ। ਪਰ ਇਸ ਦਾ ਘਰ ਉੱਥੇ ਹੀ ਨੇੜੇ ਹੈ, ਠੀਕ ਹੈ। ਉਦਮ ਸਿੰਘ ਨਗਰ ਦੇ ਵਿੱਚ ਇਸ ਬੰਦੇ ਦਾ ਮਕਾਨ ਹੈ, ਜਿਸ ਨੇ ਪਹਿਲਾਂ 3 ਕਮਰੇ ਜਿਹਦੇ ਕੋਲ ਸੀਗੇ, ਤੇ ਜਿਹਨੇ ਸਿਮਰਨਜੀਤ ਸਿੰਘ ਸਕੱਤਰ ਨੂੰ ਮਤਲਬ ਕਮਰੇ ਛੱਡਣ 'ਤੇ ਮਜਬੂਰ ਕੀਤਾ। ਉਹ ਵਿਚਾਰਾ ਚਲਾ ਵੀ ਗਿਆ। ਹੁਣ ਇਹ ਸਾਰੀ ਝਾਂਜ ਸੰਗਤ ਜੀ ਤੁਸੀਂ ਸਮਝ ਸਕਦੇ ਹੋ ਵੀ ਗੁਰਨਾਮ ਸਿੰਘ ਹੋ ਗਿਆ, ਠੀਕ ਹੈ, ਤੇ ਸਤਵੀਰ ਸਿੰਘ ਹੋ ਗਿਆ PAOSD, ਤੇ ਆ ਅੱਗੇ ਜਿਹੜਾ ਇਹਨਾਂ ਦਾ ਡਰਾਈਵਰ ਹੈ ਵਟ ਐਵਰ ਰੇਸ਼ਮ ਸਿੰਘ, ਠੀਕ ਹੈ ਜੀ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਰੇਸ਼ਮ ਸਿੰਘ ਡਰਾਈਵਰ ਹੋ ਕੇ ਆਪਣੇ 2 ਮੁੰਡੇ ਭਰਤੀ ਕਰਵਾ ਲੈਂਦਾ ਆ, ਉਸ ਤੋਂ ਬਾਅਦ ਇੰਨੀ ਗੁੰਡਾਗਰਦੀ ਕਿ ਇੱਕ 77 ਲੈਵਲ ਤੱਕ ਦੇ ਬੰਦੇ ਨੂੰ ਜ਼ਲੀਲ ਕਰਨ ਤੱਕ ਆ ਜਾਵੇ। ਤੇ ਉਸ ਤੋਂ ਬਾਅਦ ਗੁਰਨਾਮ ਜੀ, ਮੈਂ ਤਾਂ ਮਤਲਬ ਹੁਣ ਕੱਲ ਪਰਸੋਂ 4 ਦਿਨ ਹੋਏ ਨੇ, ਤਰੱਕੀ ਹੋਈ ਇਹਨਾਂ ਦੀ, ਆਪਣੇ ਕਮਰੇ 'ਚ ਗਏ ਨੇ। ਪਰ ਅਜਿਹੀਆਂ ਚੀਜ਼ਾਂ ਅਸੀਂ ਕਿੱਦਾਂ ਕਰ ਲੈਂਦੇ ਹਾਂ? ਉਹ ਸਾਡੇ ਭਰਾ ਨਹੀਂ ਹੈਗੇ, ਉਹ ਵਿਚਾਰੇ ਬਜ਼ੁਰਗ, ਕੋਈ ਮਤਲਬ ਅਗਰ ਤੁਸੀਂ ਪਾਵਰ ਦੇ ਵਿੱਚ ਹੋ ਗਏ, ਇੱਕ ਰਿਟਾਇਰ ਹੋਣ ਵਾਲਾ ਆ, ਵਿਚਾਰਾ ਜ਼ੁਬਾਨ ਹੀ ਨਹੀਂ ਖੋਲ੍ਹਦਾ, ਬੋਲਦਾ ਹੀ ਨਹੀਂ, ਤਾਂ ਅਸੀਂ ਉਹਨੂੰ ਮਤਲਬ ਜ਼ਲੀਲ ਕਰੀ ਜਾਣਾ, ਲਤਾੜੀ ਜਾਣਾ, ਮਾਰੀ ਜਾਣਾ। ਉਸ ਤੋਂ ਇਲਾਵਾ ਮਤਲਬ ਸੁਖਬੀਰ, ਸ਼ਹਿਬਾਜ਼, ਵਿਕਰਮ, ਠੀਕ ਹੈ, ਪ੍ਰਤਾਪ ਸਿੰਘ, ਧਾਮੀ ਸਾਹਿਬ, ਮੋਸਟ ਪ੍ਰੋਬਬਲੀ ਸਾਰਿਆਂ ਦਾ ਕਹਿਣਾ ਵੀ ਸੰਸਥਾ ਚਲਾਈ ਇਹ ਬੰਦੇ ਨੇ, ਸਾਰਾ ਕੁਝ ਕਰਨਾ ਧਰਨਾ ਇਹਨਾਂ ਨੇ ਹੁੰਦਾ ਆ। ਸ਼ਹਿਬਾਜ਼ ਦੇ ਉੱਤੇ ਤਾਂ ਬਹੁਤ ਸਾਰੇ ਵੀ ਇਹਦੀਆਂ ਵੀ ਤਰੱਕੀਆਂ, ਮਤਲਬ ਜਿਹੜੇ ਹਿਸਾਬ ਨਾਲ ਇਹਨੂੰ ਪ੍ਰਮੋਟ ਕੀਤਾ ਜਾ ਰਿਹਾ, ਕਿਉਂ ਕੀਤਾ ਜਾ ਰਿਹਾ? ਸ਼ਹਿਬਾਜ਼ ਹੈ ਕੌਣ? ਕਿਰਪਾ ਕਰਕੇ ਗ੍ਰੇਡਾਂ ਦੇ ਹਿਸਾਬ ਨਾਲ ਦੱਸਿਓ ਕਿ ਇਹਦੀ ਕੁਆਲੀਫਿਕੇਸ਼ਨ ਕੀ ਹੈ ਤੇ ਇਹਦਾ ਅਹੁਦਾ ਕੀ ਹੈ। ਬੇਨਤੀ ਹੈ ਦੱਸਣ ਦੀ, ਜ਼ਰੂਰ ਕਿਰਪਾਲਤਾ ਕਰਨੀ ਜੀ, ਠੀਕ ਹੈ। ਜਸਵੀਰ ਦੀ ਵੀ ਦੱਸ ਦੋਗੇ ਤਾਂ ਬਹੁਤ ਚੰਗਾ ਹੋਏਗਾ। ਸੋ ਮੈਂ ਇਹ ਚੀਜ਼ਾਂ ਧਾਮੀ ਸਾਹਿਬ ਤੁਹਾਡੇ ਧਿਆਨ ਦੇ ਵਿੱਚ ਲਿਆਉਣ ਵਾਸਤੇ ਤੁਹਾਨੂੰ ਦੱਸ ਰਿਹਾ। ਮੇਰੀ ਕਿਸੇ 'ਤੇ ਮੈਂ ਇਲਜ਼ਾਮ ਨਹੀਂ ਲਗਾ ਰਿਹਾ, ਇਹ ਐਕਸਪਲੇਨੇਸ਼ਨ ਤੁਹਾਨੂੰ ਆਪ ਦੇਣੀ ਪੈਣੀ ਹੈ, ਜਾਂ ਕਿਸੇ ਨੂੰ ਵੀ ਕਰ ਦਿਓ, ਕਿ ਤੁਸੀਂ ਆਪ ਤਾਂ ਬਹੁਤ ਘੱਟ ਬੋਲਦੇ ਹੋ, ਸ਼ਾਇਦ ਤੁਹਾਨੂੰ ਚੁੱਪ ਰਹਿਣਾ ਪਸੰਦ ਹੈ, ਜਾਂ ਡਾਕਟਰ ਨੇ ਸ਼ਾਇਦ ਕਿਹਾ ਹੋਇਆ ਕਿ ਮੈਡੀਟੇਸ਼ਨ ਜ਼ਿਆਦਾ ਕਰਨੀ ਹੈ, ਜ਼ਿਆਦਾ ਬੋਲਣਾ ਨਹੀਂ। ਸੋ ਨੋ ਇਸ਼ੂਜ਼। ਤੇ ਅੱਗੇ ਆਉਂਦੇ ਜੀ, 21 ਅਕਤੂਬਰ ਤੋਂ SGPC ਦੀਆਂ ਵੋਟਾਂ ਬਣਨੀਆਂ ਨੇ, ਤੇ ਬਹੁਤ ਸਾਰੀਆਂ ਧਿਰਾਂ ਨੇ ਜਿਹੜੀਆਂ ਵੋਟਾਂ ਦੀ ਤਿਆਰੀ ਕਰ ਰਹੀਆਂ ਨੇ, ਤੇ ਉਹਨਾਂ ਵਿੱਚੋਂ ਇੱਕ ਧੜਾ ਭਾਈ ਵਡਾਲਾ ਜੀ ਦਾ ਵੀ ਹੈ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਪੰਥਕ ਹੌਕੇ ਦੇ ਮੰਚ ਦੇ ਉੱਤੇ 4 ਨਵੰਬਰ ਨੂੰ 71 ਹੋਣ ਵਾਸਤੇ ਵੀ ਮੈਂ ਹੌਕਾ ਦਿੱਤਾ ਹੈ, ਤੇ ਉਹ ਵੀ ਦੇ ਰਹੇ ਨੇ। ਤੇ ਸਭ ਤੋਂ ਪਹਿਲਾਂ ਤਾਂ ਆਓ ਵਡਾਲਾ ਸਾਹਿਬ ਨਾਲ ਗੱਲ ਕਰਦੇ ਹਾਂ, ਜਾਣਦੇ ਹਾਂ ਕਿ ਉਹ ਜਿਹੜੀ ਤਰੀਕ ਐਲਾਨੀ ਗਈ ਹੈ ਉਸ ਬਾਰੇ, ਚੋਣਾਂ ਬਾਰੇ ਕੀ ਸੋਚ ਰਹੇ ਨੇ, ਕਿ ਵਾਕਈ ਹੀ ਵੋਟਾਂ ਬਣਨਗੀਆਂ ਜਾਂ ਇਹ ਸਿਰਫ ਇੱਕ ਸਟੰਟ ਹੈ। ਆਓ ਪਹਿਲਾਂ ਵਡਾਲਾ ਸਾਹਿਬ ਦੀ ਸੁਣਦੇ ਹਾਂ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਾਲਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਹੈ ਕਿ 21 ਅਕਤੂਬਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ, ਵੋਟਾਂ ਬਣਨੀਆਂ ਸ਼ੁਰੂ ਹੋਣਗੀਆਂ। ਕਿੱਦਾਂ ਦੇਖਦੇ ਹੋ ਇਸ ਨੂੰ? ਮੈਂ ਉਵੇਂ ਹੀ ਦੇਖਦਾ ਵਾਂ ਜਿਵੇਂ ਸਾਡੇ ਬਾਕੀ ਦੇ ਵਡਪੁਰਖੇ ਵੀ ਵਹਿੰਦੇ ਆਏ ਕਿ ਜਿਉਂ ਤੋਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਐਕਟ ਬਣਿਆ,
ਜੀ ਐਕਟ ਜ਼ਰੂਰ ਬਣਾਇਆ ਗਿਆ ਪਰ ਐਕਟ ਦੀ ਕੋਈ ਪਰਵਾਹ ਨਹੀਂ ਕੀਤੀ ਗਈ। ਜੀ ਕਿਸੇ ਨੇ 27 ਸਾਲ ਬਾਅਦ ਕਰਵਾਈਆਂ ਤੇ ਕਿਸੇ ਨੇ 14 ਸਾਲ ਬਾਅਦ ਤੇ ਕਿਸੇ ਨੇ 17 ਸਾਲ ਕੱਢ ਦਿੱਤੇ। ਜੀ ਤੇ ਹੁਣ ਜਿਹੜੀਆਂ ਅਫਵਾਹਾਂ ਆ ਰਹੀਆਂ ਨੇ, ਚੰਗੀ ਗੱਲ ਹੋਵੇ ਕਿ ਜੇ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਉਹਦੇ ਚ ਸ਼ਹਿਰਦ ਹੋਵੇ, ਜੀ ਪਰ ਸਾਡੇ ਜਿਹੜੇ ਤੌਖਲੇ ਆ ਉਹ ਇਹਨਾਂ ਗੱਲਾਂ ਨੂੰ ਇਸ ਤਰ੍ਹਾਂ ਲੈਂਦੇ ਨੇ ਕਿ ਇਹ ਵੀ ਇੱਕ 24 ਦੀਆਂ ਚੋਣਾਂ ਜਿੱਤਣ ਵਾਸਤੇ ਇੱਕ ਸਟੰਟ ਹੈ, ਹੋਰ ਕੁਛ ਨਹੀਂ। ਜੀ ਮੈਨੂੰ ਨਹੀਂ ਲੱਗਦਾ ਕਿ ਉਹ ਵੋਟਾਂ ਕਰਾਉਣਗੇ। ਜੀ ਕਿਉਂ ਲੱਗਦਾ ਤੁਹਾਨੂੰ ਕਿ ਕਿਉਂ ਨਹੀਂ ਕਰਾਉਣਗੇ ਵੋਟਾਂ? ਕਿਉਂਕਿ ਆਮ ਆਦਮੀ ਪਾਰਟੀ ਆ, ਭਗਵੰਤ ਮਾਨ ਨੇ ਤਾਂ ਹਿੱਕ ਠੋਕ ਕੇ ਕਿਹਾ ਸੀ 1925 ਐਕਟ ਤੱਕ ਨੂੰ ਚੈਲੰਜ ਕਰ ਦਿੱਤਾ ਸੀਗਾ। ਇਹਦੇ ਪਿੱਛੇ ਵੀ ਜੇ ਸਿਆਸਤ? ਇਹਦੇ ਪਿੱਛੇ ਵੀ ਸਿਆਸਤ ਹੈ, ਕਿਉਂਕਿ ਭਗਵੰਤ ਮਾਨ ਹੋਣੀ ਜੇ ਦਰਬਾਰ ਸਾਹਿਬ ਨੂੰ ਸਮਰਪਿਤ ਹੁੰਦੇ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੁੰਦੇ ਜੀ ਤੇ ਬੇਅਦਬੀ ਕਾਂਡ 'ਚ ਇਹਨਾਂ ਨੂੰ ਫੜ ਕੇ ਅੰਦਰ ਦਿੰਦੇ। ਜੀ ਫਿਰ 328 ਸਰੂਪਾਂ ਬਾਬਤ ਇਹਨਾਂ ਤੇ ਪਰਚਾ ਮੁਕੱਦਮਾ ਦਰਜ ਕਰਕੇ ਉਹਦੀ ਸਿੱਟ ਬਣਾਉਂਦੇ। ਉਹਦੇ ਲਈ ਜਿਹੜੀ ਉਮਰ ਕੈਦ ਵਾਸਤੇ ਇੱਕ ਤਜਵੀਜ਼ ਵੀ ਪਾਸ ਕਰਦੇ, ਕਾਨੂੰਨ ਲਿਆ ਕੇ ਉੱਥੇ ਵਿਧਾਨ ਸਭਾ 'ਚ ਖੜ ਕੇ। ਜੀ ਉਹਨਾਂ ਨੇ ਇਸ ਤਰ੍ਹਾਂ ਦਾ ਉੱਥੇ ਕੁਛ ਨਹੀਂ ਕੀਤਾ, ਉਲਟਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਹੱਕ ਵਿੱਚ ਬੋਲੇ ਸੈਣੀ ਵਰਗੇ ਉਹਨਾਂ ਦੇ ਫੜ ਕੇ ਪਰਚੇ ਕਰ ਦਿੱਤੇ। ਜੀ ਇੱਥੋਂ ਸਾਬਤ ਹੋ ਜਾਂਦਾ ਹੈ। ਫਿਰ ਅਸੀਂ ਜਦੋਂ ਇਹਨਾਂ ਦੇ ਘਰ ਜਾ ਕੇ ਹਫ਼ਤਾ ਬੈਠੇ ਰਹੇ ਹਾਂ, ਜੀ ਕੀਰਤਨ ਕਰਦੇ ਰਹੇ ਹਾਂ ਗੇਟ ਤੇ ਆ ਕੇ ਵੀ ਤੁਸੀਂ ਸਾਡੀ ਗੱਲ ਸੁਣੋ, ਜੀ ਸਾਡੀ ਗੱਲ ਸੁਣਨ ਦੀ ਬਜਾਏ 800 ਪੁਲਿਸ ਮੁਲਾਜ਼ਮ ਲਿਆ ਕੇ ਸਾਨੂੰ ਰਾਤ ਨੂੰ ਉੱਥੋਂ ਚੁੱਕ ਕੇ ਐਵੇਂ ਸੁੱਟਿਆ ਜਾਂਦਾ ਵੀ ਜਿੱਦਾਂ ਅਸੀਂ ਪਤਾ ਨਹੀਂ ਕਿੱਡੇ ਕੁ ਵੱਡੇ ਅੱਤਵਾਦੀ ਹੁੰਦੇ ਆ। ਜੀ ਤੇ ਇਹ ਗੱਲਾਂ ਸਾਬਤ ਕਰਦੀਆਂ ਨੇ ਕਿ ਸੈਂਟਰ ਵੀ ਤੇ ਪੰਜਾਬ ਸਰਕਾਰ ਵੀ ਸਿੱਖਾਂ ਨਾਲ ਉਹ ਸਟੰਟ ਖੇਡ ਰਹੇ ਨੇ ਕਿ ਇੱਕ ਬੰਨੇ ਬਾਦਲ ਕਿਆਂ ਨੂੰ ਡਰਾਉਣ ਲਈ ਵੀ ਸਾਡੇ ਖਿਲਾਫ ਨਾ ਜਾਇਓ, ਜੀ ਜੇ ਗਏ ਤਾਂ ਤੁਹਾਡੇ ਕੋਲ ਸ਼੍ਰੋਮਣੀ ਕਮੇਟੀ ਖੁੱਸ ਜੂ। ਜੀ ਦੂਸਰੇ ਬੰਨੇ ਜਿਹੜੇ ਬਾਦਲ ਵਿਰੋਧੀ ਨੇ ਉਹ ਪੰਥਕ ਨਹੀਂ ਆ, ਕੇਵਲ ਬਾਦਲ ਵਿਰੋਧੀ ਹੈ। ਜੀ ਉਹਨਾਂ ਨੂੰ ਗੋਲਕ ਤੇ ਪ੍ਰਧਾਨਗੀ ਦੀ ਭੁੱਖ ਹੈ। ਉਹਨਾਂ ਦੀਆਂ ਵੋਟਾਂ ਲੈਣ ਵਾਸਤੇ ਵੀ ਉਹਨਾਂ ਨੂੰ ਇਹ ਕਿਹਾ ਜਾਊਗਾ ਵੀ ਤੁਸੀਂ 24 ਚ ਸਾਥ ਦਿਓ, ਤੁਹਾਨੂੰ ਸ਼੍ਰੋਮਣੀ ਕਮੇਟੀ ਦੇ ਦੇਣੀ ਆਪਾਂ ਹੁਣ ਛੇਤੀ। ਜੀ ਉਹ 24 ਤੱਕ ਏਦਾਂ ਕੰਮ ਚੱਲੂ। 24 ਦੀਆਂ ਵੋਟਾਂ ਤੋਂ ਬਾਅਦ ਕੀ ਹੋਊ ਤੇ ਕੀ ਨਹੀਂ ਹੋਊ ਉਹ ਬਾਤ ਦੀ ਗੱਲ ਹੈ। ਜੀ ਤੀਸਰੀ ਗੱਲ ਇਹ ਵੀ ਜਾਪਦੀ ਹੈ ਕਿ ਜਿਹੜੇ ਸਿੱਖ ਸੋਚ ਜਾਂ ਪੰਜਾਬ ਨੂੰ ਸਮਰਪਿਤ ਜਾਂ ਪੰਜਾਬ ਦੇ ਲੋਕਾਂ ਲਈ ਸੋਚਦੇ ਨੇ, ਉਹਨਾਂ ਲੋਕਾਂ ਬਾਬਤ ਵੀ ਇਹ ਇੱਕ ਹੈਗੀ ਆ ਗੱਲ ਕਿ ਉਹ ਕਿਧਰੇ ਇਹ ਨਾ ਸੋਚ ਲੈਣ ਵੀ ਇੱਥੇ ਬੀਜੇਪੀ ਵਾਲੇ ਆਏ, ਅਕਾਲੀਏ ਆ ਗਏ, ਉਹਨਾਂ ਵੀ ਉਹੀ ਕੁਛ ਕੀਤਾ, ਕਾਂਗਰਸ ਨੇ ਵੀ ਕੀਤਾ, ਹੁਣ ਭਗਵੰਤ ਮਾਨ ਦੀ ਸਰਕਾਰ ਵੀ ਉਵੇਂ ਹੀ ਕਰ ਰਹੀ ਆ, ਉਸੇ ਨਕਸ਼ੇ ਕਦਮ ਚੱਲ ਕੇ। ਜੀ ਉਹ ਕਿਤੇ ਚੌਥਾ ਫਰੰਟ ਖੋਲਣ ਦੀ ਗੱਲ ਨਾ ਕਰਨ, ਉਹ ਇਸੇ ਹੀ ਗੋਲਕ ਦੀ ਲੜਾਈ 'ਚ ਪੈ ਕੇ ਉਧਰਲੇ ਪਾਸੇ ਨਾ ਜਾ ਕੇ ਤੇ ਇਹਨਾਂ ਦੇ ਫਿਰ ਲੋਕ ਜਿਹੜੇ ਨੇ ਮਗਰ ਲੰਘਣ, ਗੁੰਮਰਾਹ ਹੋਣ। ਇਸ ਲਈ ਮੈਂ ਇਹਨੂੰ ਅਜੇ ਇਸ ਤਰ੍ਹਾਂ ਵੇਖਦਾ ਕਿ ਇੱਕ ਸਿੱਖਾਂ ਨਾਲ ਫਿਰ ਗੁੰਮਰਾਹ ਕਰਨ ਵਾਲਾ ਇਹ ਇੱਕ ਨਵਾਂ ਸਟੰਟ ਹੈ, ਹੋਰ ਕੁਛ ਨਹੀਂ। ਜੀ ਪਰ ਉਧਰ ਦੂਜੇ ਪਾਸੇ ਅਗਰ ਵੋਟਾਂ ਬਣਦੀਆਂ ਵੀ ਨੇ ਤਾਂ ਹਮੇਸ਼ਾ ਵਡਾਲਾ ਜੀ ਇਹ ਚੀਜ਼ ਦੇਖਿਆ ਜਾਂਦਾ ਵੀ ਬਹੁਤ ਸਾਰੇ ਸਿੰਘ ਉਸ ਤੋਂ ਬਾਅਦ ਸਾਹਮਣੇ ਆਉਂਦੇ ਨੇ, ਬਹੁਤ ਸਿੱਖ ਪਰਿਵਾਰ ਸਾਹਮਣੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਵੋਟਾਂ ਬਣਾਉਣ ਗਏ ਸੀ, ਸਾਡੀਆਂ ਵੋਟਾਂ ਨਹੀਂ ਬਣੀਆਂ। ਤੇ ਬੜੇ ਅਜਿਹੇ ਗੈਰ ਸਿੱਖ ਸਾਹਮਣੇ ਆਏ ਨੇ ਗੱਲਾਂ ਦੇ ਵਿੱਚ, ਜਿਹਨਾਂ ਪਿੰਡ ਵਾਸੀਆਂ ਨੇ ਵੀ ਕਈਆਂ ਨੇ ਦੱਸਿਆ ਵੀ ਉਹਨਾਂ ਦੀਆਂ ਵੋਟਾਂ ਬਣਾ ਦਿੱਤੀਆਂ ਗਈਆਂ ਤੇ ਉਹ ਵੋਟਾਂ ਪਾ ਕੇ ਵੀ ਨਿਕਲੇ। ਇਸ ਚੀਜ਼ ਨੂੰ ਕਿੱਦਾਂ ਠੱਲ ਪਾਈ ਜਾ ਸਕਦੀ ਹੈ? ਇਸ ਚੀਜ਼ ਨੂੰ ਕਿੱਦਾਂ ਰੋਕਿਆ ਜਾਂਦਾ ਜੇ ਬਾਈ ਚਾਂਸ ਵੋਟਾਂ ਬਣਨੀਆਂ ਸ਼ੁਰੂ ਹੁੰਦੀਆਂ ਨੇ 21 ਅਕਤੂਬਰ ਤੋਂ? ਇਸ ਚੀਜ਼ ਨੂੰ ਇਸ ਤਰ੍ਹਾਂ ਰੋਕਿਆ ਜਾ ਸਕਦਾ ਆ ਕਿ SGPC ਦੀ ਜੇ ਵੋਟ ਜਿਹੜੀ ਆ ਉਹ ਵੋਟਿੰਗ ਸਿਸਟਮ 'ਚ ਹੀ ਪੈ ਰਹੀ ਆ ਜਿਵੇਂ MLA MP ਦੀਆਂ ਪੈਂਦੀਆਂ ਨੇ ਜੀ। ਤੇ ਜੇ ਉਹ ਵੋਟਾਂ ਬਣੀਆਂ ਵੈਲਿਡ ਹੋ ਸਕਦੀਆਂ ਨੇ ਤੇ ਉਹੀ ਵੋਟਰ ਸੂਚੀ ਨੂੰ ਚੁੱਕ ਲਿਆ ਜਾਏ, ਉਹਦੇ ਵਿੱਚੋਂ ਸਿੰਘ ਤੇ ਕੌਰ ਵਾਲੀਆਂ ਵੋਟਾਂ ਵੱਖਰੀਆਂ ਕਰ ਲਈਆਂ ਜਾਣ ਜੀ ਤੇ ਜਦੋਂ ਵੋਟਾਂ ਪੈਣੀਆਂ ਨੇ ਉਦੋਂ ਇੱਕ ਕਾਲਮ ਲਿਖਿਆ ਜਾ ਸਕਦਾ ਹੈ ਕਿ ਇਹ ਵੋਟ ਸਿਰਫ ਸਾਬਤ ਸੂਰਤ ਪਾ ਸਕਦਾ ਹੈ। ਉਹਦੇ ਨਾਲ ਦੋ ਚੀਜ਼ਾਂ ਨੇ, ਇੱਕ ਤਾਂ ਗੈਰ ਸਿੱਖ ਉਹਦੇ ਵੋਟਰ ਨਹੀਂ ਬਣ ਸਕਣਗੇ, ਬਿਲਕੁਲ। ਨੰਬਰ 2 ਸਿੰਘ ਕੌਰ ਵਾਲੇ ਜਿਹੜੇ ਬੱਚੇ ਕੁਝ ਪਤਿਤ ਹੋ ਗਏ ਨੇ ਉਹਨਾਂ ਦੀ ਵੋਟ ਬਣੀ ਹੋਊਗੀ ਤੇ ਜ਼ਰੂਰ ਪਾਉਣ ਆਉਣਗੇ ਜੀ। ਇਹ ਉਹਦੇ ਨਾਲ ਉਹਨਾਂ ਦੀਆਂ ਵੋਟਾਂ ਔਰ ਉਹਨਾਂ ਨੂੰ ਆਪਾਂ ਪੰਥ ਦੇ ਵਿੱਚੋਂ ਖਾਰਜ ਵੀ ਨਹੀਂ ਕਰਾਂਗੇ, ਬਚਾਅ ਹੋ ਜੂ। ਬਿਲਕੁਲ ਬਿਲਕੁਲ। ਪਰ ਇਹ ਇੱਥੇ ਦੋਗਲੀ ਨੀਤੀ ਖੇਡ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਦੀ ਵੱਖਰੀ ਵੋਟ ਬਣੂ, ਸਾਬਤ ਸੂਰਤ ਦੀ ਬਣੂ ਜੀ
ਸੈਣੀ ਭਾਵੇਂ ਸਿੱਖਾਂ ਦਾ ਮੁੰਡਾ ਵੀ ਹੋਵੇ, ਉਹਨੇ ਕੇਸ ਕੱਟੇ ਨਹੀਂ, ਉਹਦੀ ਨਹੀਂ ਬਣਾਉਣੀ। ਜੀ ਤੇ ਜਿਹੜਾ ਕੋਈ ਛੱਲੀ ਰਾਮ ਗੁੱਲੀ ਰਾਮ ਬਾਹਰੋਂ ਆਇਆ, ਉਹ ਦਾੜੀ ਰੱਖ ਕੇ ਉਹਦੀ ਵੀ ਵੋਟ ਬਣਾ ਕੇ ਭੁਗਤਾ ਕੇ ਇਹ ਮੁੜ ਕਾਬਜ਼ ਹੋਣਗੇ। ਬਿਲਕੁਲ ਬਿਲकुल, ਬਹੁਤ ਥਾਂ ਤੇ ਅਜਿਹਾ ਹੋ ਵੀ ਰਿਹਾ ਹੈ। ਹੋ ਰਿਹਾ ਤੇ ਇਹ ਹੁਣ ਵੀ ਹੋਣਾ ਆ। ਤੇ ਇਸ ਲਈ ਹੁਣ ਅੱਗੇ ਅਕਾਲੀਏ ਵੋਟਾਂ ਬਣਾਉਂਦੇ ਸੀ, ਹੁਣ ਭਗਵੰਤ ਮਾਨ ਬਣਾਊ। ਜਿੰਨਾ ਚਿਰ ਸਿੱਖ ਸਿਸਟਮ ਦਾ ਹਿੱਸਾ ਨਹੀਂ ਬਣਨਗੇ, ਜਿਹਦੀ ਸਰਕਾਰ ਹੋਊ ਉਹੀ ਵੋਟਾਂ ਬਣਾਊ, ਉਹੀ ਵੋਟਾਂ ਪਵਾਊ, ਉਹੀ ਗਿਣਤੀ ਕਰਾਊ, ਉਹ ਜੇਤੂ ਕਰਾਰ ਦੇਊ। ਇਸ ਲਈ ਇਹਨਾਂ ਦੇ ਹੱਥ 'ਚ ਸਾਰਾ ਕੁਝ ਹੈ ਜੀ। ਤੇ ਚਲੋ ਵੋਟਾਂ ਦਾ ਤਾਂ ਹੁਣ ਹੋ ਗਿਆ, ਪਰ ਹੁਣ ਆਉਂਦੇ ਆ ਈਸ਼ਵਰ ਸਿੰਘ ਦੀ 328 ਮਤਲਬ ਸਰੂਪਾਂ ਨੂੰ ਲੈ ਕੇ ਜਿਹੜੀ ਉਹਨੇ ਰਿਪੋਰਟ ਬਣਾਈ ਸੀ 1100 ਪੰਨਿਆਂ ਦੀ। ਈਸ਼ਵਰ ਸਿੰਘ ਜੀ ਦੀ ਇੱਕ ਇੰਟਰਵਿਊ ਸਾਹਮਣੇ ਆਈ ਹੈ, ਨਿੱਜੀ ਚੈਨਲ ਨੂੰ ਕਿਸ ਨੂੰ ਦਿੱਤੀ ਹੈ, ਤੇ ਉਹਦੇ ਵਿੱਚ ਉਹ ਕਈ ਚੀਜ਼ਾਂ ਨੂੰ ਘੁਮਾ ਕੇ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਨੇ। ਤੇ ਸਾਫ਼ ਉਹਨਾਂ ਨੇ ਕਹਿਤਾ ਕਿ ਮੈਂ ਤਾਂ ਇਹ ਰਿਪੋਰਟ ਬਣਾਈ ਨਹੀਂ, ਮੈਂ ਇਹਨਾਂ ਨੇ ਆਪਣੇ ਵੱਲੋਂ ਕੀਤਾ ਤੇ ਬਹੁਤ ਕਾਹਲੀ ਦੇ ਵਿੱਚ ਸਜ਼ਾਵਾਂ ਦੇਤੀਆਂ ਐਸਜੀਪੀਸੀ ਨੂੰ। ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਇਹਦੇ 'ਚ ਜੇ ਹਾਂ ਗੱਲ ਸੱਚੀ ਆ ਤੇ ਅੱਗੇ ਅਸੀਂ 3 ਸਾਲ ਤੋਂ ਮੋਰਚਾ ਲਾ ਕੇ ਕਹਿ ਰਹੇ ਹਾਂ ਕਿ ਈਸ਼ਰ ਸਿੰਘ ਦੀ ਐਡਵੋਕੇਟ ਦੀ ਰਿਪੋਰਟ ਅਨੁਸਾਰ ਦੋਸ਼ੀਆਂ ਤੇ ਪਰਚਾ ਦਰਜ ਕੀਤਾ ਜਾਵੇ। ਜੀ। ਤੇ ਜੇ ਹੁਣ ਈਸ਼ਰ ਸਿੰਘ ਵੀ ਇਹਨਾਂ ਦੇ ਥੱਲੇ ਲੱਗ ਰਿਹਾ, ਡਰ ਰਿਹਾ, ਮੁੱਕਰ ਰਿਹਾ, ਤੇ ਫਿਰ ਅਸੀਂ ਇਹਨਾਂ ਦੋਸ਼ੀਆਂ ਸਮੇਤ ਈਸ਼ਰ ਸਿੰਘ ਤੇ ਵੀ ਪਰਚਾ ਕਰਾਵਾਂਗੇ ਵੀ ਤੂੰ ਪੰਥ ਨੂੰ ਔਰ ਕਾਨੂੰਨ ਨੂੰ, ਸੰਵਿਧਾਨ ਨੂੰ, ਲੈਂਡ ਆਰਡਰ ਨੂੰ, ਕੌਮ ਨੂੰ, ਸਾਰਿਆਂ ਨੂੰ ਗੁੰਮਰਾਹ ਕੀਤਾ, ਫਿਰ ਤੁਸੀਂ ਵੀ ਅੰਦਰ ਚਲੋ। ਬਿਲਕੁਲ। ਫਿਰ ਇਹਨਾਂ ਸਾਰਿਆਂ ਤੇ ਪਰਚਾ ਦਰਜ ਕਰਾਵਾਂਗੇ ਜੀ। ਜਿੱਥੇ ਬਾਕੀ ਦੋਸ਼ੀਆਂ ਦੇ ਨਾਂ ਲਿਖੇ ਆ, ਈਸ਼ਰ ਸਿੰਘ ਦਾ ਵੀ ਲਿਖਿਆ ਜਾਊ। ਤੇ ਨਾਲ ਦੋ ਜਿਹੜੀਆਂ ਬੀਬੀਆਂ ਸੀ, ਹਰਪ੍ਰੀਤ ਕੌਰ ਤੇ ਬੀਬੀ ਹਰਲੀਨ ਕੌਰ, ਉਹਨਾਂ ਦਾ ਕੁਝ ਪਤਾ ਹੀ ਨਹੀਂ ਕਿ ਕਿੱਥੇ ਨੇ ਉਹਨਾਂ ਬਾਰੇ ਉਹ ਕੀ ਤਾਂ ਕਹੋਗੇ? ਆਪੇ ਦੱਸਣਗੇ ਜੀ ਜਦੋਂ ਇਹਨਾਂ ਤੇ ਸਕੰਜਾ ਕੱਸਿਆ ਜਾਊ। ਜਾਂ ਤਾਂ ਈਸ਼ਰ ਸਿੰਘ ਆਪਣਾ ਨਾਂ ਸੁਨਹਿਰੀ ਅੱਖਰਾਂ 'ਚ ਲਿਖ ਕੇ ਮਰਨਗੇ ਤੇ ਜਾਂ ਕਾਲੇ ਅੱਖਰਾਂ 'ਚ ਪਾਪਾਂ ਦੀ ਫੰਡ ਲੈ ਕੇ ਜਾਣਗੇ। ਜੀ ਬਿਲਕੁਲ। ਤੇ ਜੋ ਕੁਝ ਹੁਣ ਸਿਨੈਰੀਓ ਚੱਲ ਰਿਹਾ ਹੈ, ਤੁਸੀਂ ਐਸਜੀਪੀਸੀ ਵੱਲੋਂ ਵੀ ਹੋ ਰਹੀਆਂ ਕਾਰਵਾਈਆਂ ਦੇਖ ਰਹੇ ਹੋ, ਜਿੱਦਾਂ ਹੁਣ ਤਾਈਆਂ ਜਿੰਨੀਆਂ ਆਈਆਂ ਨੇ, ਧਾਮੀ ਸਾਹਿਬ ਨੂੰ 20 ਵਾਰ ਅਸੀਂ ਮਤਲਬ ਮੈਂ ਪਰਸਨਲੀ ਵੀ ਬੇਨਤੀ ਕਰ ਲਈ ਆ, ਤੁਸੀਂ 328 ਰੁਪਏ ਨੂੰ ਲੈ ਕੇ ਚੌਥਾ ਸਾਲ ਤੁਹਾਨੂੰ ਸ਼ੁਰੂ ਹੋ ਜਾਣਾ ਆ, ਪਰ ਇਨਸਾਫ ਸਾਨੂੰ ਕਿਸੇ ਪਾਸੇ ਨਹੀਂ ਮਿਲ ਰਿਹਾ। ਬਰਗਾੜੀ ਕਾਂਡ ਹੋਇਆ, ਉਸ ਦਾ ਇਨਸਾਫ ਨਹੀਂ ਮਿਲ ਰਿਹਾ। ਬੇਅਦਬੀਆਂ ਹੋ ਗਈਆਂ, ਉਹਦਾ ਇਨਸਾਫ ਨਹੀਂ ਮਿਲ ਰਿਹਾ। ਤੇ ਸਭ ਤੋਂ ਮਤਲਬ ਨਿਰਾਸ਼ਾ ਵਾਲੀ ਗੱਲ ਐਵੇਂ ਲੱਗਦੀ ਹੈ ਵੀ ਸਿੱਖ ਸੰਗਤ ਜਿਹੜੀ ਹੈ ਉਹ ਇੱਕ ਵਾਰ ਹਲੂਣਾ ਜਿਹਾ ਆਂਦਾ ਹੈ, ਜਾਗਰਤ ਹੁੰਦੀ ਹੈ, ਕਾਫਲੇ ਬਣਦੇ ਆ, ਤੇ ਫਿਰ ਅਸੀਂ ਘਰਾਂ 'ਚ ਬਹਿ ਜਾਂਦੇ ਆ। ਸਾਡੇ ਵਿੱਚ ਇਹ ਘਾਟਾ ਕਿੱਥੋਂ ਆ ਗਈ ਹੈ? ਇਹ ਘਾਟਾਂ ਕੁੱਲ ਮਿਲਾ ਕੇ ਉਹੀ ਨੇ ਕਿ ਕਿਤੇ ਨਾ ਕਿਤੇ ਖੁਦਗਰਜੀ, ਇੱਕ ਦੂਸਰੇ ਤੇ ਸ਼ੱਕ, ਤੇ ਜਿਹੜਾ ਸਿਸਟਮ ਦਾ ਹਿੱਸਾ ਬਣਨਾ ਸੀ, ਅਸੀਂ NGO 'ਚ ਫਸ ਕੇ ਰਹਿ ਗਏ ਆ। ਜੀ ਤੇ ਸਾਨੂੰ ਉਹ ਭੁੱਲ ਗਏ ਦਰਬਾਰੇ ਖਾਲਸਾ, ਸਰਕਾਰੀ ਖਾਲਸਾ। ਜੀ। ਸਾਨੂੰ ਉਹ ਕਰਨਾ ਹੀ ਪਏਗਾ, ਉਹ ਤੋਂ ਬਿਨਾਂ ਕੋਈ ਹੱਲ ਨਹੀਂ ਹੈ। ਤੇ ਜਿੱਦਾਂ ਚੋਣਾਂ ਅੱਗੇ ਆਉਂਦੀਆਂ ਨੇ, ਅਲੱਗ-ਅਲੱਗ ਡੰਡੇ, ਅਲੱਗ-ਅਲੱਗ ਝੰਡੇ ਸਾਰੇ ਚੱਕੀ ਫਿਰਦੇ ਨੇ। ਸਾਰਿਆਂ ਨੂੰ ਇਹ ਹੈ ਵੀ ਅਸੀਂ ਐਸਜੀਪੀਸੀ ਦੀਆਂ ਚੋਣਾਂ ਲੜਨੀਆਂ ਨੇ, ਅਸੀਂ ਐਸਜੀਪੀਸੀ ਦੀਆਂ ਚੋਣਾਂ ਲੜਨੀਆਂ। ਮੈਨੂੰ ਪਰਸਨਲੀ ਬਹੁਤ ਜਾਣੇ ਨੇ ਕਾਲ ਕਰਕੇ ਕਿਹਾ ਕਿ ਭਾਈ ਬਲਦੇਵ ਸਿੰਘ ਜੀ ਵਡਾਲਾ ਹੋ ਗਏ ਜਾਂ ਰਣਜੀਤ ਸਿੰਘ ਹੋ ਗਏ ਜਾਂ ਮਾਨ ਦਲ ਹੋ ਗਏ, ਇਕੱਠੇ ਹੋ ਕੇ ਕਿਉਂ ਨਹੀਂ ਤੁਰਦੇ, ਕਿਉਂ ਨਹੀਂ ਤੁਰਦੇ? ਮਤਲਬ ਸੰਗਤ ਐਕਸਪੈਕਟ ਕਰਦੀ ਹੈ ਵੀ ਸਾਰੇ ਸਿਰ ਜੋੜ ਕੇ ਤੁਰਨ, ਪਰ ਕਮੀ ਕਿੱਥੇ ਰਹਿ ਗਈ ਹੈ? ਕਮੀ ਇੱਥੇ ਰਹਿ ਗਈ ਹੈ ਵੀ ਜਿੰਨਿਆਂ ਦੇ ਤੁਸੀਂ ਨਾਂ ਲਏ ਆ, ਕੀ ਇੱਕ ਨਿਸ਼ਾਨ ਥੱਲੇ ਇਕੱਠੇ ਹੋਣਗੇ? ਕੀ ਇੱਕ ਪੈਮਾਨਾ, ਇੱਕ ਨਿਸ਼ਾਨਾ, ਇੱਕ ਏਜੰਡੇ ਨੂੰ ਮੁੱਖ ਰੱਖਣਗੇ, ਜਾਂ ਆਪਣੀਆਂ ਸੀਟਾਂ ਤੇ ਆਪਣੇ ਬੰਦਿਆਂ ਨੂੰ ਮੁੱਖ ਰੱਖਣਗੇ ਵੀ ਮੇਰੀਆਂ ਇੰਨੀਆਂ ਸੀਟਾਂ ਤੇ ਮੇਰੀ ਇੰਨੀ ਕੁਰਬਾਨੀ ਆ? ਇਹ ਕਾਨੂੰਨ, ਲਾ ਐਂਡ ਆਰਡਰ ਨੂੰ ਮੁੱਖ ਰੱਖਣਗੇ ਵੀ ਅਸੀਂ ਉਹਦੇ ਤਹਿਤ ਕੰਮ ਕਰਾਂਗੇ? ਜੇ ਨਹੀਂ ਕਰਦੇ ਤੇ ਫਿਰ ਇਹਨਾਂ ਦਾ ਕੀ ਕਰਨਾ ਆ? ਇਸ 7 ਲੱਖ ਦੇ ਇਕੱਠ ਵਾਂਗੂ ਇਕੱਠੇ ਕਰਕੇ ਦੇਣਾ ਕੀ ਹੈ, ਉਹ ਪਹਿਲਾਂ ਬਹੁਤ ਜ਼ਰੂਰੀ ਹੈ। ਇਹ ਸਾਰੇ ਹੀ ਬਰਾਤੀ ਹੋਣਗੇ ਕਿ ਸਾਰੇ ਲਾੜੇ ਹੋਣਗੇ, ਔਰ ਉਹਨਾਂ ਲਾੜਿਆਂ ਦੀਆਂ ਸ਼ਰਤਾਂ ਕੀ ਹੋਣਗੀਆਂ? ਇਹ ਸਾਰਾ ਕੁਝ ਇੱਕ ਨਿਸ਼ਾਨ, ਇੱਕ ਏਜੰਡਾ, ਇੱਕ ਪੈਮਾਨਾ ਹੋਣਾ ਜ਼ਰੂਰੀ ਹੈ। ਕਿਸੇ ਦੀ ਬਣੇ ਚ ਨਾ ਬਣੇ ਉਹ ਮੈਨੇ ਨਹੀਂ ਰੱਖਦੀ। ਬਿਲਕੁਲ ਬਿਲਕੁਲ, ਕਿਉਂਕਿ ਕੌਮ ਦੀ ਅਗਰ ਬੇੜੀ ਡੁੱਬ ਰਹੀ ਹੈ, ਸਾਨੂੰ ਪਤਾ ਲੱਗ ਰਿਹਾ, ਤਾਂ ਸਾਨੂੰ ਮਿਸਲਾਂ ਵਾਲਾ ਜਿਹੜੀ ਰਣਨੀਤੀ ਸੀ ਉਹ ਸਾਨੂੰ ਅਪਣਾਣੀ ਪੈਣੀ ਹੈ, ਸਾਨੂੰ ਸਿਰ ਜੋੜ ਕੇ ਚੱਲਣਾ ਪੈਣਾ। ਜਿਹੜੇ ਧੌਣਾ ਚ ਨਾ ਕਿੱਲੇ ਫਸਾਏ ਹੋਏ ਉਹ ਕੱਢਣੇ ਪੈਣੇ। ਬਿਲਕੁਲ ਜੀ ਬਿਲਕੁਲ। ਪਰ ਚਲੋ ਇੱਕ ਕਾਫਲਾ ਹੁਣ ਸ਼ੁਰੂ ਹੋਇਆ ਹੈ, 4 ਨਵੰਬਰ ਨੂੰ ਵੱਡਾ ਇਕੱਠ ਇੱਥੇ ਸੱਦਿਆ ਹੈ, ਕਾਲ ਦਿੱਤੀ ਹੈ ਸੰਗਤ ਨੂੰ, ਤੇ ਤੁਸੀਂ ਸੰਗਤ ਨੂੰ ਕੀ ਕਹਿਣਾ ਚਾਹੋਗੇ? ਕਿੱਦਾਂ ਅਸੀਂ ਇਹ ਜਿਹੜਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਜਾਂ ਗੰਦ ਪਿਆ ਹੋਇਆ ਹੈ ਸਾਡੇ ਗੁਰੂ ਘਰਾਂ ਦੇ ਵਿੱਚ, ਕਿੱਦਾਂ ਅਸੀਂ ਸਾਫ਼ ਕਰ ਸਕਦੇ ਹਾਂ? ਸੰਗਤ ਤੋਂ ਕੀ ਉਮੀਦ ਰੱਖਦੇ ਹੋ ਤੁਸੀਂ? ਸੰਗਤ ਤੋਂ ਉਮੀਦ ਰੱਖਦੇ ਹਾਂ ਕਿ ਸੰਗਤ ਸਿਰ ਤੇ ਹੱਥ ਰੱਖੇ। ਅਸੀਂ ਗੁਰੂ ਤੇ ਭਰੋਸਾ ਰੱਖਦੇ ਹਾਂ ਕਿ ਜਿਵੇਂ ਸ਼ਹੀਦ ਭਾਈ ਲਛਮਣ ਸਿੰਘ, ਸਾਕਾ ਨਨਕਾਣਾ ਸਾਹਿਬ, ਭਾਈ ਮਹਿਤਾਬ ਸਿੰਘ ਪੀਰ, ਹੋਰ ਬੇਅੰਤ ਸਿੰਘਾਂ ਨੇ ਕੁਰਬਾਨੀਆਂ ਕਰਕੇ ਜਿਵੇਂ ਪਹਿਲਾਂ ਗੁਰੂ ਧਾਮ ਆਜ਼ਾਦ ਕਰਾਏ ਸੀ, ਤਿਵੇਂ ਹੁਣ ਵੀ
ਆਜ਼ਾਦ ਕਰਵਾਏ ਜਾ ਸਕਦੇ, ਕੋਈ ਔਖਾ ਕੰਮ ਨਹੀਂ ਹੈ। ਸੋ 4 ਨਵੰਬਰ ਨੂੰ ਸਾਰੀਆਂ ਸਿੱਖ ਸੰਗਤਾਂ ਉੱਥੇ ਸਹਿਯੋਗ ਦੇਣ, ਪਹੁੰਚਣ, ਤਾਂ ਕਿ ਅਗਲਾ ਪ੍ਰੋਗਰਾਮ ਜਿਹੜਾ ਉਲੀਕਿਆ ਜਾਏ ਔਰ ਉਹ ਪ੍ਰੋਗਰਾਮ ਮੇਰਾ ਨਾ ਹੋਵੇ, ਸੰਗਤ ਦਾ ਹੋਵੇ, ਮੈਂ ਕੇਵਲ ਸੰਗਤ ਨੂੰ ਸੁਣਾਵਾਂ। ਬਹੁਤ ਬਹੁਤ ਧੰਨਵਾਦ ਜੀ, ਚੜ੍ਹਦੀ ਕਲਾ। ਮੈਂ ਵੀ ਜ਼ਰੂਰ ਪਹੁੰਚਾਂਗਾ ਤੇ ਉਮੀਦ ਕਰਦੇ ਹਾਂ ਜਾਗਦੀਆਂ ਜ਼ਮੀਰਾਂ ਵਾਲੇ ਸਾਰੇ ਉਸ ਸਿੱਖ ਉਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਿਰਕਤ ਕਰਨਗੇ ਜੋ ਚਾਹੁੰਦੇ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ ਤੇ ਗੁਰੂ ਘਰਾਂ ਤੋਂ ਮਸੰਦ ਬਾਹਰ ਕੱਢੇ ਜਾਣ। ਧੰਨਵਾਦ, ਧੰਨਵਾਦ। ਆਓ ਸਾਰੇ ਮਿਲ ਕੇ ਹੱਲਾ ਮਾਰੀਏ, ਲਿਆਈਏ ਸਿੱਖ ਨੀਤੀ, ਲਿਆਈਏ ਤੇ ਪੰਥ ਸੁਣਾਈਏ। ਬਹੁਤ ਬਹੁਤ ਧੰਨਵਾਦ ਜੀ, ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਵਡਾਲਾ ਸਾਹਿਬ ਨੇ ਜੋ ਗੱਲਾਂ ਕਹੀਆਂ, ਕਿਤੇ ਨਾ ਕਿਤੇ ਉਹ ਗੱਲਾਂ ਮਤਲਬ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਆਉਂਦੀਆਂ, ਕਿਉਂਕਿ ਇੰਨੇ ਸਾਲ 2017 ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਡੀ ਇਲੀਗਲ ਹੋ ਚੁੱਕੀ ਹੈ, ਉਸ ਬਾਡੀ ਨੂੰ ਲੈ ਕੇ ਵੋਟਾਂ ਬਣਾਉਣ ਦੀਆਂ ਪਹਿਲਾਂ ਤਿਆਰੀਆਂ ਹੋ ਰਹੀਆਂ ਨੇ, ਐਲਾਨ ਕਰ ਦਿੱਤਾ ਗਿਆ, ਵੋਟਾਂ ਬਣ ਗਈਆਂ, ਪਰ ਗੱਲ ਉੱਥੇ ਹੀ ਮੁੱਕਦੀ ਹੈ ਵੀ ਵੋਟਾਂ ਪਾਵਾਂਗੇ ਕਿਹੜੇ ਤਰੀਕੇ ਨਾਲ ਪਾਵਾਂਗੇ, ਵੋਟਾਂ ਬਣਾਵਾਂਗੇ ਕਿਹੜੇ ਤਰੀਕੇ ਨਾਲ ਬਣਾਵਾਂਗੇ, ਕੀ ਮਾਪਦੰਡ ਨੇ ਉਹਦੇ, ਕੀ ਪੁਰਾਣੀਆਂ ਬਣੀਆਂ ਹੋਈਆਂ ਸਾਰੀਆਂ ਵੋਟਾਂ ਰੱਦ ਕੀਤੀਆਂ ਜਾਣਗੀਆਂ। ਜਿੱਦਾਂ ਵਡਾਲਾ ਜੀ ਨੇ ਕਿਹਾ, ਸਿੰਘ ਤੇ ਕੌਰ ਜਿਹੜੀਆਂ ਵੀ ਪਹਿਲਾਂ ਆਪਣੀਆਂ ਨਾਰਮਲ ਇਲੈਕਸ਼ਨਸ ਹੁੰਦੀਆਂ ਨੇ ਉਹ ਸਾਰੇ ਗਜਟ ਇਹਨਾਂ ਕੋਲ ਪਏ ਹੋਣਗੇ, ਉਹਦੇ ਵਿੱਚੋਂ ਸਿਰਫ ਤੇ ਸਿਰਫ ਸਿੰਘ ਤੇ ਕੌਰ ਜਿਹਨਾਂ ਦੇ ਨਾਮ ਦੇ ਨਾਲ ਲੱਗਿਆ ਹੋਇਆ ਉਹ ਅਲੱਗ ਕੱਢ ਲਿੱਤੇ ਜਾਣ, ਕਿਉਂਕਿ ਬਹੁਤ ਸਾਰੇ ਅਜਿਹੇ ਨੇ ਜਿਹਨਾਂ ਨੂੰ ਭੇਖੀ ਬਣਾ ਕੇ ਵੋਟਾਂ ਆਉਣ ਦੀਆਂ ਪਵਾ ਦਿੱਤੀਆਂ ਜਾਂਦੀਆਂ ਨੇ। ਸੋ ਇਹ ਸਲਾਹ ਇਹਨਾਂ ਦੀ ਬਹੁਤ ਵਧੀਆ ਹੈ, ਜੇਕਰ ਮਾਨ ਸਰਕਾਰ ਇਹਦੇ ਵੱਲ ਧਿਆਨ ਦੇ ਲਵੇ ਤਾਂ ਬਹੁਤ ਚੰਗੀ ਗੱਲ ਹੈ। ਅਤੇ ਦੂਸਰਾ, ਜਦੋਂ ਬੱਚਿਆਂ ਨੂੰ ਪਤਾ ਲੱਗੇਗਾ, ਜਿਹੜੇ ਪਤਿਤ ਵੀ ਹੈਗੇ ਨੇ, ਕਹਿ ਸਕਦੇ ਹੋ ਮੇਰੇ ਵਰਗੇ ਜਿਹੜੇ ਕੁਕਰਮੀ ਹੈਗੇ ਨੇ, ਜਦੋਂ ਉਹਨਾਂ ਨੂੰ ਪਤਾ ਲੱਗੂਗਾ ਵੀ ਉਹਨਾਂ ਦਾ ਵੀ ਇਸ ਵੋਟਰ ਲਿਸਟ ਦੇ ਵਿੱਚ ਨਾਮ ਹੈ, ਤਾਂ ਸ਼ਾਇਦ ਉਹ ਵੀ ਇੱਕ ਮਤਲਬ ਸਿੱਖੀ ਦੇ ਪ੍ਰਚਾਰ ਪ੍ਰਸਾਰ ਵੱਲ ਨੂੰ ਹੀ ਵਧੂਗਾ, ਉਹਨਾਂ ਨੂੰ ਆਪ ਰੋਕੂਗਾ ਵੀ ਅਸੀਂ ਮਤਲਬ ਪਤਿਤ ਹੈਗੇ ਹਾਂ, ਸਿੰਘ ਲੱਗਿਆ ਸਾਡੇ ਨਾਮ ਦੇ ਨਾਲ, ਕੌਰ ਲੱਗਿਆ ਸਾਡੇ ਨਾਮ ਨਾਲ, ਵੋਟ ਦਾ ਸਾਨੂੰ ਹੱਕ ਦੇ ਦਿੱਤਾ ਗਿਆ ਆ, ਕਿਉਂ ਨਾ ਅਸੀਂ ਵੀ ਹੁਣ ਗੁਰੂ ਵਾਲੇ ਬਣੀਏ। ਬਹੁਤ ਅੱਛਾ ਉਪਰਾਲਾ ਹੋਊਗਾ ਇਹ, ਪਰ ਇਹਨਾਂ ਦੀ ਜਾਨ ਨਿਕਲ ਜਾਣੀ ਹੈ ਜੇਕਰ ਸਿੰਘ ਤੇ ਕੌਰ ਵਾਲਿਆਂ ਨੂੰ ਹੀ ਸਿਰਫ ਵੋਟ ਪਾਉਣ ਦਾ ਅਧਿਕਾਰ ਹੋਵੇ, ਤੇ ਹੋਣਾ ਵੀ ਉਹਨਾਂ ਨੂੰ ਹੀ ਚਾਹੀਦਾ ਹੈ। ਪਰ ਫੇਕ ਬਹੁਤ ਬੰਦੇ ਵਿੱਚ ਆਉਂਦੇ ਨੇ, ਬਹੁਤ ਗੈਰ ਧਰਮੀਆਂ ਦੀਆਂ ਵੋਟਾਂ ਪਵਾਈਆਂ ਜਾਂਦੀਆਂ ਨੇ ਧੱਕੇ ਨਾਲ, ਅੱਖਾਂ 'ਚ ਘੱਟਾ ਪਾ ਕੇ, ਜੋ ਮਾਨ ਸਰਕਾਰ ਨੂੰ ਚਾਹੀਦਾ ਕਿ ਇਸ ਵਾਰ ਨਾ ਹੋਵੇ। ਤੇ ਜੋ ਸ਼ੰਕੇ ਮਾਨ ਸਰਕਾਰ ਉੱਤੇ ਵੀ ਭਾਈ ਬਲਦੇਵ ਸਿੰਘ ਵਡਾਲਾ ਨੇ ਜਤਾਏ ਨੇ, ਉਮੀਦ ਕਰਦੇ ਹਾਂ ਕਿ ਉਹ ਸ਼ੰਕੇ ਮਾਨ ਸਰਕਾਰ ਕਠਿਨ ਫੈਸਲੇ ਲੈ ਕੇ ਜ਼ਰੂਰ ਦੂਰ ਕਰੂਗੀ, ਭਾਈ ਬਲਦੇਵ ਸਿੰਘ ਵਡਾਲਾ ਜੀ ਦੇ ਵੀ ਤੇ ਸੰਗਤ ਦੇ ਵੀ। ਖੈਰ, ਅੱਗੇ ਨੇ ਜੀ ਪ੍ਰਤਾਪ ਸਿੰਘ ਨੇ। ਪ੍ਰਤਾਪ ਸਿੰਘ ਦੇ ਰਿਸ਼ਤੇਦਾਰਾਂ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਸੀ ਵੀ ਕੌਣ ਕੌਣ ਇਹਨਾਂ ਦੇ ਹੈਗੇ ਨੇ ਰਿਸ਼ਤੇਦਾਰ, ਤੇ ਪਰ ਮੈਂ ਕੱਲ੍ਹ ਜਿਹੜਾ ਨਾਮ ਦੱਸਿਆ ਸੀ, ਮੈਂ ਕੇਵਲ ਸਿੰਘ ਕਹਿ ਤਾ ਸੀ ਸ਼ਾਇਦ, ਇੰਚਾਰਜ ਰਾਗੀਆਂ ਪਾਠੀਆਂ ਜਿਹੜਾ ਵੀ ਹੈਗਾ ਆ ਜੀ, ਠੀਕ ਹੈ, ਉਹਦਾ ਕਾਬਲ ਸਿੰਘ ਨਾਮ ਹੈ। ਮੈਂ ਨਾਮ ਗਲਤ ਬੋਲ ਗਿਆ ਸੀ ਤੇ ਇਹ ਖੁਸ਼ ਹੋ ਗਏ ਸੀ, ਨਾਮ ਨਹੀਂ ਇਹਨੂੰ ਪਤਾ, ਠੀਕ ਹੈ ਜੀ। ਮੈਨੂੰ ਫੋਨ ਆ ਗਿਆ ਸੀ SGPC ਤੋਂ ਹੀ ਆ ਗਿਆ ਸੀਗਾ, ਸੈਣੀ ਸਾਹਿਬ ਨਾਮ ਗਲਤ ਲੈ ਤਾ, ਮੈਂ ਕਿਹਾ ਕੱਲ੍ਹ ਸਹੀ ਦੱਸ ਦਾਂਗਾ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਦੇ ਸਾਲਾ ਸਾਹਿਬ ਨੇ, ਤੇ ਨਾਮ ਹੈਗਾ ਜੀ ਅਵਤਾਰ ਸਿੰਘ ਢੋਟੀਆ। ਢੋਟੀਆ ਪਿੰਡ ਹੀ ਵਿਆਹੇ ਹੋ ਪ੍ਰਤਾਪ ਜੀ, ਅਵਤਾਰ ਸਿੰਘ ਢੋਟੀਆ ਨਾਮ ਹੈ ਜੀ ਉਹਦਾ। ਤੇ ਪਰ ਹਾਂ, ਪਹਿਲਾਂ ਕਾਬਲ ਸਿੰਘ ਦੇ ਉੱਤੇ ਆਏ ਨੇ। ਤੇ ਇੱਕ ਵਾਰ ਧਾਮੀ ਸਾਹਿਬ, ਕਾਬਲ ਸਿੰਘ ਨੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੁਆਇਨ ਕੀਤੀ, ਉਦੋਂ ਦੀ ਉਹਦੇ ਖਾਤਿਆਂ ਦੀ ਜਾਂਚ ਕਰ ਲਿਓ, ਪ੍ਰਾਪਰਟੀ ਦੀ ਜਾਂਚ ਕਰ ਲਿਓ, ਤੇ ਅੱਜ ਉਹਦੇ ਕਿੱਥੇ ਕੋਠੀ ਪਾਈ ਹੈ ਤੇ ਕਿੰਨੀਆਂ ਗੱਡੀਆਂ ਨੇ ਤੇ ਬੈਂਕ ਬੈਲੈਂਸ ਕੀ ਹੈ। ਕਿਰਪਾ ਕਰਕੇ, ਮੈਨੂੰ ਕੋਈ ਮਤਲਬ ਨਹੀਂ ਹੈਗਾ, ਤੁਹਾਨੂੰ ਵੀ ਮੈਂ ਕਹਿ ਰਿਹਾ, ਤੁਸੀਂ ਆਪਣੇ ਪੱਧਰ 'ਤੇ ਜਾਂਚ ਕਰਵਾ ਲਿਓ, ਠੀਕ ਹੈ ਜੀ। ਜਨਤਕ ਕਰਨ ਦੀ ਵੀ ਲੋੜ ਨਹੀਂ, ਸਿਰਫ ਇੱਕ ਇਨਫੋਰਮੇਸ਼ਨ ਦੇ ਰਿਹਾ, ਤੁਹਾਨੂੰ ਉੱਥੇ ਪਤਾ ਲੱਗ ਜਾਊਗਾ ਦੀਵੇ ਥੱਲੇ ਕਿੰਨਾ ਕੀ ਹਨੇਰਾ ਆ, ਤੇ ਉਹ ਉਸ ਹਨੇਰੇ ਦੇ ਵਿੱਚ ਕੌਣ ਕੌਣ ਆਪਣੇ ਘਰ ਕੋਠੀਆਂ ਜਗਮਗ ਕਰ ਰਹੇ ਨੇ, ਸਵੇਰਾ ਕਿੰਨੇ ਜਾਣੇ ਮਨਾ ਰਹੇ ਨੇ। ਆ ਜਾਂਦੇ ਹਾਂ ਹੁਣ ਜੀ ਸਾਲਾ ਸਾਹਿਬ ਤੇ। ਅਵਤਾਰ ਸਿੰਘ ਢੋਟੀਆਂ, ਮੈਨੇਜਰ ਵੜੈਲ ਬਾਗ ਚੰਡੀਗੜ੍ਹ, ਠੀਕ ਹੈ ਜੀ। ਇਹਨਾਂ ਦੀ ਕੁਆਲੀਫਿਕੇਸ਼ਨ ਮੈਨੇਜਰ ਦੀ ਬਣਦੀ ਹੈ ਜੀ ਗ੍ਰੇਡਾਂ ਦੇ ਹਿਸਾਬ ਦੇ ਨਾਲ। ਗ੍ਰੇਡ ਬੁੱਕ ਤਾਂ ਮੇਰੇ ਕੋਲ ਪੁਰਾਣੀ ਵੀ ਪਹੁੰਚ, ਮੈਂ ਤਾਂ ਹੁਣ ਨਵੀਂ ਨੂੰ ਛੇੜ ਨਹੀਂ ਰਿਹਾ, 2-4 ਦਿਨ ਲੱਗਣੇ ਆ। ਗ੍ਰੇਡ ਬੁੱਕ ਮੇਰੇ ਕੋਲ ਪਹੁੰਚ ਜਾਣੀ ਹੈ, ਵਿਦੇਸ਼ 'ਚੋਂ ਆਉਣ ਤੋਂ ਥੋੜ੍ਹਾ ਜਿਹਾ ਟਾਈਮ ਲੱਗਦਾ ਆ, ਉਹ ਪਹੁੰਚ ਜਾਣੀ ਹੈ। ਹੁਣ ਵਿਦੇਸ਼ ਤੋਂ ਆਵੇ ਜਾਂ ਇੱਥੋਂ ਆਵੇ ਜਾਂ ਦਫ਼ਤਰ 'ਚੋਂ ਧਾਮੀ ਸਾਹਿਬ ਤੁਹਾਡੇ ਆਵੇ, ਪਹੁੰਚ ਜਾਣੀ ਹੈ ਪੁਰਾਣੀ ਵਾਲੀ, ਠੀਕ ਹੈ ਜੀ। 1.5 ਫੁੱਟ ਲੰਬੀ ਤੇ 1.5 ਇੰਚ ਮੋਟੀ ਹੈ ਜਿਹੜੀ। ਫਿਰ ਦੋਨਾਂ ਨੂੰ ਮਿਲਾ ਕੇ ਤੇ ਫਿਰ ਐਪੀਸੋਡ ਕਰਨ ਦੇ ਵਿੱਚ ਸਵਾਦ ਆਊਗਾ, ਮਜ਼ਾ ਆਊਗਾ ਕਿ ਸਾਡੇ ਕਾਮਿਆਂ ਦੇ ਨਾਲ ਤੁਸੀਂ ਕੀਤਾ ਸੀ, ਕਿਹਦੇ ਕਿਹਦੇ ਕਿੱਥੇ ਕਿੰਨੇ ਕਿੰਨੇ ਹੱਕ ਮਾਰੇ ਗਏ, ਤੇ ਕਿੱਦਾਂ ਕਿੱਦਾਂ ਗ੍ਰੇਡ ਕਿਹਨੂੰ ਦੇ ਕੇ, ਕਿਹਦੇ ਵਧਾ ਕੇ, ਕਿਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ, ਕਿਹਦੇ ਆਪਣੇ ਚਾਚੇ ਤਾਏ ਭੂਆ ਭਤੀਜੇ ਪੂਰੇ ਦੇ ਪੂਰੇ ਕੁਨਬੇ ਤੁਸੀਂ ਬਾੜੇ ਹੋਏ ਨੇ। ਉਹ ਤਾਂ ਮੈਂ ਬਹੁਤ ਪਹਿਲਾਂ ਵੀ ਦੱਸ ਚੁੱਕਿਆ ਹਾਂ। ਪਰ ਜੇਕਰ ਤੁਸੀਂ ਆਪ ਇੰਨੀ ਇੱਜ਼ਤ ਕਰਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, 1925 ਐਕਟ ਦੀ ਇੱਜ਼ਤ ਕਰਦੇ ਹੋ, ਤਾਂ ਫਿਰ ਤੁਸੀਂ ਕਿੱਦਾਂ ਆਪਣੀਆਂ ਅੱਖਾਂ ਦੇ ਸਾਹਮਣੇ ਉਹਦੀਆਂ ਲਗਾਤਾਰ ਧੱਜੀਆਂ ਉੜਦੀਆਂ ਹੋਈਆਂ ਦੇਖ ਰਹੇ ਹੋ, ਕਿੱਦਾਂ ਕਿਸੇ ਨੂੰ ਉਡਾਨ ਦੇ ਰਹੇ ਹੋ ਧੱਜੀਆਂ। ਸਾਡਾ ਆਪਣਾ ਫਰਜ਼ ਨਹੀਂ ਬਣਦਾ ਕਿ ਅਸੀਂ ਕੁਝ ਅਜਿਹਾ ਕਰੀਏ
ਵੀ ਗੁਰੂ ਘਰਾਂ ਦੇ ਸੁਧਾਰ ਜਿਹੜੇ ਹੈਗੇ ਨੇ ਉਹ ਸੰਭਾਲੇ ਜਾਣ ਜਿਹੜੇ ਵਿਗੜ ਰਹੇ ਨੇ। ਖੈਰ ਸੰਗਤ ਜੀ, ਹੁਣ ਆਨੇ ਆ ਈਸ਼ਰ ਸਿੰਘ ਦੇ ਉੱਤੇ, ਜੋ ਮੈਂ ਪਹਿਲਾਂ ਕਿਹਾ ਸੀ। ਧਾਮੀ ਸਾਹਿਬ ਧਿਆਨ ਦੇ ਨਾਲ, ਮੈਂ ਕੁਝ ਕੁਐਸਚਨਸ ਫੋਨ ਦੇ ਵਿੱਚ ਹੀ ਲਿਖ ਲਏ ਸੀ। ਈਸ਼ਰ ਸਿੰਘ ਦੀ ਮਤਲਬ ਜਿਹੜੀ ਆਡੀਓ ਉਹਦੇ ਵਿੱਚ ਸੰਗਤ ਜੀ ਦਿਲਚਸਪ ਖੁਲਾਸੇ ਉਹਨਾਂ ਨੇ ਕੀਤੇ ਨੇ। ਈਸ਼ਰ ਸਿੰਘ ਦੀ ਇਸ ਆਡੀਓ ਰਿਕਾਰਡਿੰਗ ਆਪ ਜੀ ਨੂੰ ਮਤਲਬ ਜੋ ਵੀ ਹੈ ਪਰ ਠੀਕ ਹੈ, ਉਹ ਕਹਿੰਦੇ ਨੇ ਕਿ ਪੜਤਾਲ ਕੀਤੀ ਹੀ ਨਹੀਂ, ਇਹ ਕੇਵਲ ਸੰਗਤਾਂ ਦੀਆਂ ਅੱਖਾਂ ਕੇਵਲ ਘੱਟਾ ਹੀ ਪਾਇਆ। ਠੀਕ ਹੈ, ਮਤਲਬ ਇਹ ਜਿਹਨਾਂ ਨੇ ਮੈਨੂੰ ਡਿਟੇਲ ਭੇਜੀ ਉਹਨਾਂ ਨੇ ਲਿਖਿਆ, ਮੈਨੂੰ ਦੱਸਿਆ ਕਿ ਈਸ਼ਰ ਸਿੰਘ ਨੇ ਸਿਰਫ ਸੰਗਤਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ, ਪੜਤਾਲ ਉਹਨੇ ਕੀਤੀ ਹੀ ਨਹੀਂ। ਠੀਕ ਹੈ, ਨਿਰਦੋਸ਼ਾਂ ਨੂੰ ਮਾਰਿਆ ਗਿਆ। ਈਸ਼ਰ ਸਿੰਘ ਨੇ ਕਿਹਾ ਹੈ ਕਿ ਮੁਲਾਜ਼ਮ ਇਸ ਸੰਬੰਧੀ ਕੁਝ ਵੀ ਦੱਸਣਾ ਨਹੀਂ ਸੀ ਚਾਹੁੰਦੇ। ਇਹ ਬਿਲਕੁਲ ਗਲਤ ਹੈ। ਇਸ ਦੀ 1100 ਪੰਨੇ ਦੀ ਰਿਪੋਰਟ ਦੇ ਵਿੱਚ 4 ਭਾਗ ਦੇ 244 ਨੰਬਰ ਪੰਨੇ ਦੇ ਉੱਤੇ ਇਸਨੇ ਆਪ ਮੰਨਿਆ ਹੈ ਕਿ ਮੁਲਾਜ਼ਮਾਂ ਨੇ ਦਿਲ ਖੋਲ ਕੇ ਮਦਦ ਕੀਤੀ। ਈਸ਼ਰ ਸਿੰਘ ਜੀ ਫਸ ਜਾਓਗੇ ਤੁਸੀਂ, ਆਪ ਹੀ ਪੰਨੇ ਮੇਰੇ ਕੋਲ ਪਏ ਨੇ। ਠੀਕ ਹੈ ਜੀ, ਹੁਣ 244 ਨੰਬਰ ਪੰਨੇ ਦੇ ਉੱਤੇ ਈਸ਼ਰ ਸਿੰਘ ਨੇ ਆਪ ਲਿਖਿਆ ਉਸ ਰਿਪੋਰਟ ਦੇ ਵਿੱਚ ਕਿ ਮੁਲਾਜ਼ਮਾਂ ਨੇ ਦਿਲ ਖੋਲ ਕੇ ਮਦਦ ਕੀਤੀ। ਦੇ ਉੱਤੇ ਇਹ ਕਹਿ ਰਹੇ ਨੇ ਕਿ ਉਹਨਾਂ ਨੇ ਮਤਲਬ ਦੱਸਿਆ ਨਹੀਂ, ਮੁਲਾਜ਼ਮਾਂ ਨੇ ਇਸ ਸੰਬੰਧੀ ਕੋਈ ਦੱਸਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕੁਛ ਮਤਲਬ ਇਹਨਾਂ ਨੂੰ ਜਾਣਕਾਰੀ ਨਹੀਂ। ਈਸ਼ਰ ਸਿੰਘ ਨੇ ਕਿਹਾ ਹੈ ਕਿ ਵੱਡੇ ਅਫਸਰ ਕਵਲਜੀਤ ਸਿੰਘ ਨੂੰ ਕੱਚੀਆਂ ਪਰਚੀਆਂ ਭੇਜਦੇ ਸਨ ਤੇ ਕਵਲਜੀਤ ਸਿੰਘ ਇਹਨਾਂ ਪਰਚੀਆਂ ਤੇ ਪਾਵਨ ਸਰੂਪ ਦਿੰਦਾ ਸੀ, ਪਰ ਕਵਲਜੀਤ ਸਿੰਘ ਕਹਿੰਦਾ ਹੈ ਕਿ ਸਰੂਪ ਕਿੱਥੇ ਗਏ ਮੈਨੂੰ ਪਤਾ ਸੀ। ਉੱਤਰ, ਸਰੂਪ ਕਿੱਥੇ ਗਏ ਮੈਨੂੰ ਨਹੀਂ ਪਤਾ ਸੀ। ਕਵਲਜੀਤ ਕਹਿੰਦਾ ਪਰ ਸਰੂਪ ਕਿੱਥੇ ਗਏ ਮੈਨੂੰ ਨਹੀਂ ਪਤਾ ਸੀ। ਵੱਡੇ ਜਿਹੜੇ ਅਫਸਰ ਸੀ ਉਹ ਪਰਚੀਆਂ ਦਿੰਦੇ ਸੀ, ਉਹਨਾਂ ਦੇ ਥਰੂ ਉਹ ਸਰੂਪ ਜਾਂਦੇ ਸੀ। ਠੀਕ ਹੈ, ਜੇਕਰ ਜਵਾਬ ਮੈਂ ਦੇ ਰਿਹਾ ਤੁਹਾਨੂੰ ਧਾਮੀ ਸਾਹਿਬ, ਇਹ ਜਿਹੜੇ ਸਵਾਲ ਇਹਨਾਂ ਦੇ ਹੈਗੇ ਨੇ, ਜੇਕਰ ਇਹ ਕਵਲਜੀਤ ਸਿੰਘ ਨੇ ਪੜਤਾਲੀਆਂ ਨੂੰ ਇਹ ਸਭ ਕੁਝ ਦੱਸਿਆ ਸੀ ਤਾਂ ਫਿਰ ਈਸ਼ਰ ਸਿੰਘ ਨੇ ਉਸ ਦੇ ਉੱਤੇ ਕੋਈ ਐਕਸ਼ਨ ਕਿਉਂ ਨਹੀਂ ਲਿਆ? ਸਿੰਪਲ ਜੀ ਚੀਜ਼ ਹੈ। ਜੇਕਰ ਪੜਤਾਲ ਦੇ ਦੌਰਾਨ ਈਸ਼ਰ ਸਿੰਘ ਨੂੰ ਕਵਲਜੀਤ ਨੇ ਇਹ ਸਭ ਕੁਝ ਦੱਸਿਆ ਸੀ ਕਿ ਮਤਲਬ ਪਰਚੀਆਂ ਆਉਂਦੀਆਂ ਸੀ, ਸਰੂਪ ਉਹਨਾਂ ਦੀਆਂ ਪਰਚੀਆਂ ਦੇ ਥਰੂ ਜਾਂਦੇ ਸੀ, ਪਰ ਕਿਹਦੇ ਕੋਲ ਗਏ ਮੈਨੂੰ ਕੁਝ ਨਹੀਂ ਪਤਾ, ਤਾਂ ਫਿਰ ਈਸ਼ਰ ਸਿੰਘ ਨੇ ਉਹਨਾਂ ਉੱਤੇ ਕੋਈ ਵੀ ਐਕਸ਼ਨ ਕਿਉਂ ਨਹੀਂ ਲਿਆ? ਜਿਹੜੇ ਪਰਚੀਆਂ ਭੇਜਦੇ ਸੀਗੇ ਜਾਂ ਜਿਹੜੇ ਵੀ ਉੱਤੇ ਦੇ ਬੰਦੇ ਸੀ, ਜਦੋਂ ਉਹਨੇ ਦੱਸ ਦਿੱਤਾ ਕਿਸ ਦਾ ਨਾਮ ਹੀ ਕਿਉਂ ਨਹੀਂ ਹੈਗਾ ਉਸ ਦੇ ਵਿੱਚ? ਈਸ਼ਰ ਸਿੰਘ ਕਹਿੰਦਾ ਹੈ ਕਿ ਸਾਨੂੰ ਸਿਰਫ ਕਿੰਨੇ ਪਾਵਨ ਸਰੂਪ ਗੁੰਮ ਹੋ ਗਏ ਹਨ ਇਸ ਦੀ ਗਿਣਤੀ ਦੱਸਣ ਦੀ ਹੀ ਪੜਤਾਲ ਕਰਵਾਈ ਗਈ। ਮਤਲਬ ਜਿੰਨੇ ਪਾਵਨ ਸਰੂਪ ਗੁੰਮ ਹੋਏ ਨੇ ਸਿਰਫ ਉਹਦੀ ਗਿਣਤੀ ਦੱਸਣ ਵਾਸਤੇ ਹੀ ਪੜਤਾਲ ਕਰਵਾਈ ਗਈ, ਨਾ ਕਿ ਗੁੰਮ ਹੋਏ ਪਾਵਨ ਸਰੂਪ ਲੱਭਣ ਲਈ। ਮਤਲਬ ਗੁੰਮ ਹੋਏ ਪਾਵਨ ਸਰੂਪ ਲੱਭਣ ਵਾਸਤੇ ਤਾਂ ਕਦੀ ਐਸਜੀਪੀਸੀ ਨੇ ਪੜਤਾਲ, ਮਤਲਬ ਇਹ ਵੀ ਕਲੀਅਰ ਹੋ ਗਿਆ ਧਾਮੀ ਸਾਹਿਬ, ਗੁੰਮ ਹੋਏ ਪਾਵਨ ਸਰੂਪਾਂ ਨੂੰ ਲੱਭਣ ਵਾਸਤੇ ਤੁਸੀਂ ਕਦੇ ਪੜਤਾਲ ਕਰਵਾਈ ਹੀ ਨਹੀਂ। ਇਹ ਸਾਬਕਾ ਜਥੇਦਾਰ ਸਾਡੇ ਕਾਰਜਕਾਰੀ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੂੰ ਵੀ ਜਵਾਬਦਾਰੀ ਦੇਣੀ ਪਊਗੀ ਕਿ ਉਹ ਕੀ ਸਿਰਫ ਤੇ ਸਿਰਫ ਸਰੂਪ ਗਿਣਨੇ ਸੀ ਕਿ ਕਿੰਨੇ ਖੁਰਦ-ਬੁਰਦ ਹੋਏ ਆ, ਕਿੱਥੇ ਗਏ ਆ, ਉਹਦੀ ਕਦੀ ਪੜਤਾਲ ਕਰਵਾਉਣ ਦੀ ਅਸੀਂ ਕੋਸ਼ਿਸ਼ ਹੀ ਨਹੀਂ ਕੀਤੀ। ਖੈਰ ਮਤਲਬ ਸਰੂਪ ਲੱਭਣ ਵਾਸਤੇ ਕਦੀ ਪੜਤਾਲ ਹੋਈ ਨਹੀਂ। ਪਾਵਨ ਸਰੂਪ ਲੱਭਣ ਲਈ ਸਾਨੂੰ 6 ਮਹੀਨੇ ਹੋਰ ਚਾਹੀਦੇ ਸਨ ਜੋ ਸਾਨੂੰ ਨਹੀਂ ਦਿੱਤੇ ਗਏ। ਹੁਣ ਐਸਜੀਪੀਸੀ ਬੁਰੀ ਤਰ੍ਹਾਂ ਨਾਲ ਫਸਦੀ ਹੈ। ਈਸ਼ਰ ਸਿੰਘ ਇਹ ਗੱਲ ਕਹਿ ਰਹੇ ਨੇ ਕਿ ਪਾਵਨ ਸਰੂਪ ਲੱਭਣ ਵਾਸਤੇ ਸਾਨੂੰ 6 ਮਹੀਨੇ ਹੋਰ ਚਾਹੀਦੇ ਸੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਸਾਨੂੰ 6 ਮਹੀਨੇ ਹੋਰ ਨਹੀਂ ਦਿੱਤੇ। ਇਸ ਤੋਂ ਔਬਵੀਅਸ ਹੈ ਕਿ ਸਿੱਧ ਹੋ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਗਾਇਬ ਹੋਏ ਪਾਵਨ ਸਰੂਪ ਲੱਭਣਾ ਹੀ ਨਹੀਂ ਸੀ ਚਾਹੁੰਦੀ। ਇਸ ਲਈ ਈਸ਼ਰ ਸਿੰਘ ਦੀ ਅਧੂਰੀ ਪੜਤਾਲ ਉੱਪਰ ਹੀ ਨਿਰਦੋਸ਼ ਮੁਲਾਜ਼ਮਾਂ ਤੇ ਐਕਸ਼ਨ ਲੈ ਕੇ ਸੰਗਤਾਂ ਨੂੰ ਗੁੰਮਰਾਹ ਕੀਤਾ ਗਿਆ। ਅਸੀਂ ਪਾਵਨ ਸਰੂਪਾਂ ਦੇ ਸਾਰੇ ਦੋਸ਼ੀ ਲੱਭ ਲਏ ਹਨ। ਇਹ ਚੀਕ ਕੇ ਸੰਗਤਾਂ ਦੇ ਕੰਨਾਂ 'ਚ ਪਾਉਂਦੇ ਰਹੇ ਤੇ ਬੇਕਸੂਰਿਆਂ ਨੂੰ ਇਹਨਾਂ ਨੇ ਬੇਮਤਲਬ ਟੰਗ ਦਿੱਤਾ। ਕਈ ਬੇਕਸੂਰੇ ਉਸ ਦੇ ਵਿੱਚ ਟੰਗੇ ਗਏ ਨੇ। ਠੀਕ ਹੈ, ਈਸ਼ਰ ਸਿੰਘ ਨੇ ਮੰਨਿਆ ਹੈ ਕਿ ਦੋਸ਼ੀਆਂ ਤੇ ਪੁਲਿਸ ਦੀ ਕਾਰਵਾਈ ਕਰਵਾਉਣੀ ਚਾਹੀਦੀ ਸੀ। ਵਾਹ, ਜੇ ਤੁਸੀਂ ਆਡੀਓ ਦੇ ਵਿੱਚ ਮੰਨ ਲਿਆ ਕਿ ਦੋਸ਼ੀਆਂ ਤੇ ਕਾਰਵਾਈ ਕਰਵਾਉਣੀ ਚਾਹੀਦੀ ਸੀ, ਈਸ਼ਰ ਸਿੰਘ ਨੇ ਪੜਤਾਲ ਕਰਦੇ ਸਮੇਂ ਪੁਲਿਸ ਦਾ ਸਹਿਯੋਗ ਕਿਉਂ ਨਾ ਲਿਆ? ਆਪਣੀ ਰਿਪੋਰਟ ਵਿੱਚ ਲੈਣ ਦੀ ਸਿਫਾਰਿਸ਼ ਕਿਉਂ ਨਹੀਂ ਕੀਤੀ? ਸਿੰਪਲ ਜੀ ਗੱਲ ਹੈ, ਉਹ ਤੁਸੀਂ ਪੁਲਿਸ ਦਾ ਸਹਿਯੋਗ ਕਿਉਂ ਨਹੀਂ ਲਿਆ? ਜੇ ਤੁਹਾਨੂੰ ਲੱਗਦਾ ਹੀ ਸੀਗਾ ਈਸ਼ਰ ਸਿੰਘ ਜੀ ਕਿ ਪੁਲਿਸ ਦਾ ਸਹਿਯੋਗ ਲੈਣਾ ਚਾਹੀਦਾ ਆ, ਤਾਂ ਫਿਰ ਸਹਿਯੋਗ ਕਿਉਂ ਨਹੀਂ ਲਿਆ ਤੁਸੀਂ? ਇਹ ਦੱਸੋ। ਠੀਕ ਹੈ, ਈਸ਼ਰ ਸਿੰਘ ਜੀ ਮੰਨਦੇ ਨੇ ਕਿ ਪੜਤਾਲ ਅਧੂਰੀ ਹੈ, ਇਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੂਰੀ ਕਰਵਾਉਣੀ ਚਾਹੀਦੀ ਸੀ। ਸ਼੍ਰੋਮਣੀ ਕਮੇਟੀ ਵੱਲੋਂ 3 ਸਾਲ ਤੋਂ ਵੱਧ ਹੋ ਚੁੱਕੇ ਹਨ, ਪੂਰੀ ਪੜਤਾਲ ਕਿਉਂ ਨਹੀਂ ਕਰਵਾਈ ਗਈ? ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਅਸਲ ਚੋਰ ਲੱਭਣਾ ਹੀ ਨਹੀਂ ਚਾਹੁੰਦੇ। ਈਸ਼ਰ ਸਿੰਘ ਆਪ ਕਹਿ ਰਿਹਾ ਹੈ
ਕਿ ਪੜਤਾਲ ਪੂਰੀ ਨਹੀਂ ਹੈਗੀ, ਤੇ ਫਿਰ ਸ਼੍ਰੋਮਣੀ ਕਮੇਟੀ ਨੇ ਪੜਤਾਲ ਪੂਰੀ ਕਿਉਂ ਨਹੀਂ ਕਰਵਾਈ? 3 ਸਾਲ ਹੋ ਚੁੱਕੇ ਨੇ ਹੁਣ ਤਾਂ। ਧਾਮੀ ਸਾਹਿਬ ਜਵਾਬ। ਖੈਰ ਅੱਗੇ ਈਸ਼ਰ ਸਿੰਘ ਨੇ ਇਹ ਕਿਹਾ ਹੈ ਕਿ 328 ਸ਼੍ਰੀ ਪਾਵਨ ਸਰੂਪ ਘੱਟ ਹਨ। ਈਸ਼ਰ ਸਿੰਘ ਨੇ ਇਹ ਕਿਉਂ ਨਹੀਂ ਦੱਸਿਆ ਕਿ 267 ਨਗ ਜਿਹੜੇ ਪਹਿਲਾਂ ਘਟ ਰਹੇ ਸਨ ਇਹ ਗਲਤ ਹਨ? ਜੇਕਰ ਇਹ ਗਲਤ ਕਰਦੇ ਹਨ ਤਾਂ ਇਹਨਾਂ ਨੂੰ ਠੋਸ ਸਬੂਤ ਦੇਣੇ ਪੈਣੇ ਸੀ, ਜੋ ਈਸ਼ਰ ਸਿੰਘ ਨਹੀਂ ਦੇ ਸਕਦਾ। ਮੈਂ ਪਹਿਲਾਂ ਹੀ ਕਿਹਾ ਸੀ 328 ਸਰੂਪ ਤੇ 267 ਸਰੂਪਾਂ ਦਾ ਜਿਹੜਾ ਹੈਗਾ ਆ ਉਹ ਪੰਗਾ ਹੁਣ ਦਾ ਨਹੀਂ ਹੈ, ਠੀਕ ਹੈ। ਖੈਰ ਪਾਵਨ ਸਰੂਪਾਂ ਦਾ ਜਿਹੜਾ ਇਹਨਾਂ ਨੇ ਖੁਰਦ-ਬੁਰਦ ਕੀਤੇ ਨੇ 267 ਐਕਚੁਅਲ ਸਰੂਪ ਸੀ, ਜਿੰਨਾ ਕਿ ਮੈਂ ਵੀ ਹਿਸਾਬ ਕਿਤਾਬ ਲਾਇਆ। 328 ਸਰੂਪਾਂ ਦਾ ਆંકੜਾ ਕਿਤੇ ਵੀ ਨਿਕਲ ਕੇ ਸਾਹਮਣੇ ਆਂਦਾ ਹੀ ਨਹੀਂ, ਪਰ ਅਜੇ ਵੀ ਈਸ਼ਵਰ ਸਿੰਘ ਜੀ ਜਿਨ੍ਹਾਂ ਨੂੰ ਸਿਰਫ ਸਰੂਪ ਗਿਣਨ ਵਾਸਤੇ ਉਹਨਾਂ ਨੇ ਆਪਣੀ ਗਿਣਤੀ ਦੇ ਵਿੱਚ 328 ਸਰੂਪ ਕੱਢੇ ਨੇ, ਤਾਂ ਉਹ ਕਿਰਪਾ ਕਰਕੇ ਬਾਹਰ ਦੇ ਰੇਡੀਓ ਸਟੇਸ਼ਨਸ ਨੂੰ ਜਾਂ ਚੈਨਲਸ ਨੂੰ ਇੰਟਰਵਿਊ ਦੇ ਰਹੇ ਨੇ, ਸਾਡੇ ਸਾਹਮਣੇ ਆਉਣ। ਅਸੀਂ ਤਾਂ ਉਹਨਾਂ ਨੂੰ ਵੀ, ਤੇ ਬੀਬੀ ਜਿਹੜੀ ਨਾਲ ਸੀਗੀ ਈਸ਼ਰ ਸਿੰਘ ਦੇ ਹਰਪ੍ਰੀਤ ਕੌਰ, ਬੀਬੀ ਹਰਲੀਨ ਕੌਰ, ਅਸੀਂ ਤਾਂ ਉਹਨਾਂ ਨੂੰ ਵੀ ਭਗੌੜਾ ਕਰਾਰ ਦਿੱਤਾ ਹੋਇਆ ਆਪਣੇ ਵੱਲੋਂ, ਕਿਉਂਕਿ ਸਾਡੇ ਸਾਹਮਣੇ ਆਉਂਦੇ ਹੀ ਨਹੀਂ, ਨਾ ਫੋਨ ਚੱਕਦੇ ਨੇ ਨਾ ਗੱਲ ਕਰਦੇ ਨੇ। ਕਿਰਪਾ ਕਰਕੇ ਕਰੋ ਨਾ, ਅਸੀਂ ਸਵਾਲ ਜਵਾਬ ਕਰਦੇ ਹਾਂ, ਇੱਕ ਵਾਰ ਸਾਡੇ ਨਾਲ ਬੈਠੋ, ਪਤਾ ਲੱਗ ਜਾਏਗਾ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ, ਕੀ ਹੈ ਕੀ ਨਹੀਂ ਹੈ। ਪਰ ਗੱਲ ਉਹੀ ਹੈ ਨਾ ਵੀ ਜਵਾਬ ਉਹਨਾਂ ਨੂੰ ਸਿਰਫ ਦਿੱਤੇ ਜਾਂਦੇ ਨੇ ਜਿਨ੍ਹਾਂ ਨੂੰ ਗਹਿਰਾਈ ਪਤਾ ਹੀ ਨਹੀਂ ਇਸ ਮਸਲੇ ਦੀ, ਕਿਉਂਕਿ ਇਹ ਮਸਲਾ ਸਿਰਫ ਤੇ ਸਿਰਫ 328 ਪਾਵਨ ਸਰੂਪਾਂ ਦਾ ਨਹੀਂ ਹੈ। ਇਹ ਮਸਲਾ ਹੈ ਕੌਮ ਦੇ ਗੱਦਾਰਾਂ ਦਾ। ਇਹ ਮਸਲਾ ਹੈ ਕਿਹਨੇ ਕੌਮ ਦੀ ਪਿੱਠ 'ਚ ਛੁਰਾ ਮਾਰਿਆ, ਕਿਹਨੇ ਆਪਣੇ ਗੁਰੂ ਦੀਆਂ ਅੱਖਾਂ 'ਚ ਘੱਟਾ ਪਾਇਆ, ਕਿਹਨੇ ਵਾਧੂ ਅੰਗ ਛਪਵਾਏ, ਕਿਹਨੇ ਮਤਲਬ ਬਿਨਾਂ ਜਿਲਤ ਤੋਂ ਸਰੂਪ ਐਵੇਂ ਹੀ ਧੂੜ ਮਿੱਟੀ 'ਚ ਪਏ ਰਹਿਣ ਦਿੱਤੇ। ਕਿਉਂ? ਕਿਹਨਾਂ ਨੇ ਉਹਨਾਂ ਦੁਸ਼ਟਾਂ ਦਾ ਸਾਥ ਦਿੱਤਾ ਜੋ ਇਸ ਸਾਰੀ ਕਰਪਸ਼ਨ ਦੇ ਵਿੱਚ ਨੋਟ ਕਮਾ ਰਹੇ ਸੀ ਜਾਂ ਗੁਰੂ ਸਾਹਿਬ ਦੇ ਸਰੂਪ ਚੋਰੀ ਕਰਕੇ ਵਿਕਵਾ ਰਹੇ ਸੀ ਜਾਂ ਕਿਤੇ ਵੀ ਪਹੁੰਚਾ ਰਹੇ ਸੀ। ਸੋ ਇਹ ਸਵਾਲ ਤਾਂ ਧਾਮੀ ਸਾਹਿਬ ਹਮੇਸ਼ਾ ਤੁਹਾਡੇ ਕੋਲ ਰਹਿਣੇ ਨੇ, ਤੁਹਾਡੇ ਤੋਂ ਪੁੱਛੇ ਜਾਣਗੇ, ਬਾਰ-ਬਾਰ ਪੁੱਛੇ ਜਾਣਗੇ। ਨਵੰਬਰ ਦੇ ਵਿੱਚ ਅਲਵਿਦਾ ਤੁਹਾਨੂੰ ਹੋ ਜਾਣੀ ਹੈ, ਉਸ ਤੋਂ ਬਾਅਦ ਕੋਈ ਹੋਰ ਆਊਗਾ, ਉਹਨੂੰ ਵੀ ਇਹ ਸਵਾਲ ਪੁੱਛੇ ਜਾਣਗੇ, ਕਿਉਂਕਿ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਸਵਾਲ ਨੇ, ਪਾਵਨ ਸਰੂਪਾਂ ਦਾ ਸਵਾਲ ਹੈ। ਖੈਰ ਸੰਗਤ ਜੀ, ਮੈਂ ਤੁਹਾਨੂੰ ਇਹੀ ਕਹਾਂਗਾ ਵੀ ਸੱਚ ਨੂੰ ਸੱਚ, ਝੂਠ ਨੂੰ ਝੂਠ ਕਹਿਣ ਦਾ ਮਾਦਾ ਰੱਖਿਆ ਕਰੋ। ਤੇ ਐਸਜੀਪੀਸੀ ਵਾਲਿਓ, ਜ਼ਮੀਰਾਂ ਪਤਾ ਹੈ ਮੈਨੂੰ ਤੁਹਾਡੇ ਸਾਰਿਆਂ ਦੀਆਂ ਜਾਗਦੀਆਂ ਨੇ, ਮਜਬੂਰੀਆਂ ਨੂੰ ਦੇਖ ਕੇ ਆਪਣੀਆਂ ਜ਼ਮੀਰਾਂ ਨਾ ਮਾਰਿਆ ਕਰੋ, ਨਾ ਡਰਿਆ ਕਰੋ। ਚਾਹੇ ਇਹਨਾਂ ਨੇ ਫੋਨ ਬੰਦ ਕਰ ਦਿੱਤੇ ਹੋਣ, ਚਾਹੇ ਜਿੰਨੀਆਂ ਮਰਜ਼ੀ ਰਿਸਟ੍ਰਿਕਸ਼ਨਸ ਲਾ ਦਿੱਤੀਆਂ ਹੋਣ, ਚੀਜ਼ਾਂ ਫਿਰ ਵੀ ਪਹੁੰਚ ਜਾਂਦੀਆਂ ਨੇ। ਪਰ ਤੁਸੀਂ ਇੰਨਾ ਨਾ ਕਿਸੇ ਦੇ ਥੱਲੇ ਆਓ ਕਿ ਤੁਸੀਂ ਆਪਣੀਆਂ ਜ਼ਮੀਰਾਂ ਮਾਰ ਕੇ ਸਿਰਫ ਆਪਣੇ ਘਰ ਦੀ ਰੋਟੀ ਪਾਣੀ ਚੱਲਦੀ ਦੇਖੋ, ਕਿਉਂਕਿ ਇਨਸਾਨ ਦੀ ਗਰਿਮਾ, ਇਨਸਾਨ ਦੀ ਇੱਜ਼ਤ, ਇਨਸਾਨ ਦਾ ਮਾਣ ਸਤਿਕਾਰ ਜਿਹੜਾ ਕਰਦਾ ਆ, ਉੱਥੇ ਹੀ ਤੁਸੀਂ ਇੱਜ਼ਤ ਦੇ ਨਾਲ ਕੰਮ ਵੀ ਕਰ ਸਕਦੇ ਹੋ, ਉੱਥੋਂ ਹੀ ਕਮਾ ਕੇ ਆਪਣਾ ਖੁਸ਼ੀ ਨਾਲ ਢਿੱਡ ਭਰ ਸਕਦੇ ਹੋ। ਪਰ ਜੇ ਕੁੜ ਕੇ ਸੜ ਕੇ ਉੱਥੇ ਤੁਸੀਂ ਕੰਮ ਕਰਦੇ ਹੋ, ਦੂਜਿਆਂ ਦੀਆਂ ਗੱਲਾਂ ਸੁਣਦੇ ਹੋ, ਗਾਲਾਂ ਸੁਣਦੇ ਹੋ, ਤੇ ਆਪਣੀ ਸਿਹਤ ਖਰਾਬ ਕਰਦੇ ਹੋ, ਆਪਣਾ ਖੂਨ ਸਾੜਦੇ ਹੋ, ਤੇ ਉੱਥੇ ਦੀ ਪੜਾਸ ਆ ਕੇ ਆਪਣੇ ਟੱਬਰ ਤੇ ਕੱਢਦੇ ਹੋ, ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ। ਫਿਰ ਅਜਿਹੀ ਕੰਮ ਕਰਨ ਨਾਲੋਂ ਚੰਗਾ ਹੈ ਕਿ ਅਸੀਂ ਕੌਮ ਦੇ ਹਿੱਕ ਦੇ ਵਿੱਚ ਭੁਗਤੀਏ, ਹਿੱਕ ਠੋਕ ਕੇ ਕਹੀਏ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ। ਜਿਨ੍ਹਾਂ ਦੇ ਕੋਲ ਸਬੂਤ ਹੈ ਨੇ ਉਹ ਮੈਨੂੰ ਭੇਜ ਰਹੇ ਨੇ, ਤੁਸੀਂ ਭੇਜੋ, ਡਰਨ ਦੀ ਲੋੜ ਨਹੀਂ। ਬਸ ਇੰਨਾ ਮੈਂ ਜ਼ਰੂਰ ਕਹਿਣਾ ਆ, ਜੇਕਰ ਇਹਨਾਂ ਨੂੰ ਤੁਹਾਡੇ ਬਾਰੇ ਕੁਝ ਪਤਾ ਲੱਗ ਵੀ ਜਾਂਦਾ, ਮੇਰੇ ਨਾਲ ਸੰਪਰਕ ਕਰ ਰਹੇ ਹੋ ਤੁਸੀਂ ਜਾਂ ਗੱਲਬਾਤ ਹੋ ਰਹੀ ਹੈ, ਤੁਹਾਡਾ ਤਬਾਦਲਾ ਕਰਦੇ ਨੇ, ਕੋਸ਼ਿਸ਼ ਕਰਦੇ ਨੇ ਕਰਨ ਤੋਂ, ਕਿਉਂਕਿ ਇਹਨਾਂ 'ਚ ਹਿੰਮਤ ਨਹੀਂ ਹੋਣੀ ਤੁਹਾਨੂੰ ਸੇਵਾ ਮੁਕਤ ਕਰਨ ਦੀ। ਇਹ ਮੈਂ ਵਾਅਦਾ ਕਰਦਾ ਹਾਂ। ਤੁਸੀਂ ਰਿਜ਼ਾਈਨ ਨਹੀਂ ਕਰਨਾ, ਤੁਸੀਂ ਨਹੀਂ ਰਿਜ਼ਾਈਨ ਕਰਨਾ, ਬਾਕੀ ਅਸੀਂ ਜਾਣੀਏ, ਸਾਡਾ ਕੰਮ ਜਾਣੇ। ਹੁਣ ਅਗਰ ਅਸੀਂ ਸਿਰ ਤੇ ਕਫਨ ਬੰਨ੍ਹ ਕੇ ਤੁਰੇ ਹਾਂ, ਬਹੁਤ ਵਾਰ ਮਿੰਨਤਾਂ ਇਹਨਾਂ ਨੂੰ ਕਰ ਲਈਆਂ ਆ ਕਿ ਇਕੱਠੇ ਹੋ ਕੇ ਚੱਲ ਲੈਂਦੇ ਹਾਂ, ਜਿਹੜੀ ਉਣਤਾਈਆਂ ਹੈਗੀਆਂ ਉਹਨੂੰ ਦੂਰ ਕਰ ਲਓ, ਪਰ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਉਣਤਾਈਆਂ ਦੂਰ ਕਰਨੀਆਂ ਨੇ। ਇਹਨਾਂ ਨੇ ਸਿਰਫ ਸਾਮ-ਦਾਮ ਦੰਡ ਭੇਦ ਬਣਾ ਕੇ ਇਹਨਾਂ ਨੇ ਅੱਜ ਤੱਕ ਸਿਰਫ ਜ਼ੁਬਾਨਾਂ ਬੰਦ ਕਰਨੀਆਂ ਜਾਣੀਆਂ ਨੇ, ਤੇ ਹੁਣ ਵੀ ਉਹੀ ਕੋਸ਼ਿਸ਼ ਕਰ ਰਹੇ ਨੇ। ਖੈਰ ਮੇਰਾ ਫਰਜ਼ ਸੀ ਕਹਿਣਾ, ਧਾਮੀ ਸਾਹਿਬ ਨੂੰ ਇੱਕ ਵਾਰ ਕਹਿ ਦੇਣਾ, ਧਾਮੀ ਸਾਹਿਬ ਹੁਸ਼ਿਆਰਪੁਰ ਆਉਂਦਾ ਜਾਂਦਾ ਰਹਿਣਾ ਹੈ, ਜੇਕਰ ਜਮਾਵੜੀ ਦੇ ਵਿੱਚ ਨਹੀਂ ਮਿਲਣਾ ਤਾਂ ਦੱਸ ਦਿਓ, ਤੁਹਾਡੀ ਕੋਠੀ ਆ ਕੇ ਮਿਲਾਂਗਾ, ਠੀਕ ਹੈ ਜੀ। ਹਿੰਮਤ ਰੱਖੋ ਸਾਹਮਣੇ ਬਹਿ ਕੇ ਗੱਲ ਕਰਨ ਦੀ। ਮੈਂ ਕੋਈ ਦੁਸ਼ਮਣ ਨਹੀਂ ਹੈ ਕਿਸੇ ਦਾ, ਮੇਰੇ ਇਲਾਕੇ ਦੇ ਹੋ ਤੁਸੀਂ, ਬਹੁਤ ਦੂਰ ਨਹੀਂ ਰਹਿੰਦੇ। ਮੈਂ ਨਹੀਂ ਚਾਹੁੰਦਾ ਕਿ ਉਸ ਇਲਾਕੇ ਦੇ ਉੱਤੇ ਆਉਣ ਵਾਲੇ ਸਮੇਂ ਵਿੱਚ ਪੀੜ੍ਹੀਆਂ ਇਹ ਕਹਿਣ ਜਾਂ ਨਵੀਆਂ ਪਨੀਰੀਆਂ ਇਹ ਕਹਿਣ ਵੀ ਇੱਕ ਪ੍ਰਧਾਨ ਇੱਥੇ ਦਾ ਵੀ ਹੋਇਆ ਕਰਦਾ ਸੀ ਜਿਹਨੇ ਆਹ ਕੁਝ ਕੀਤਾ, ਜਿਹੜਾ ਊਣਤਾਈਆਂ ਹੁੰਦਾ ਦੇਖਦਾ ਰਿਹਾ, ਮੈਨੇਜਰਾਂ ਵੱਲੋਂ ਹੁੰਦੇ ਘਪਲੇ ਦੇਖਦਾ ਰਿਹਾ, ਜਿਹਨੇ 7 ਕਿਲੋ ਸੋਨੇ ਨੂੰ ਲੈ ਕੇ ਕਿਹਾ ਤਾਂ ਕੋਈ ਗੱਲ ਨਹੀਂ, ਤੇਰਾ ਦੀ ਗੱਲ ਆ, ਬਥੇਰੀਆਂ ਪੜਤਾਲਾਂ ਉਸ ਤੋਂ ਬਾਅਦ ਹੋ ਗਈਆਂ,
4 ਮਹੀਨੇ ਰਹਿੰਦੇ ਨੇ ਰੇਸ਼ਮ ਸਿੰਘ ਦੀ ਰਿਟਾਇਰਮੈਂਟ ਨੂੰ ਛੱਡੋ ਨਾ, ਕੱਢੋ, ਇਹ ਕਹਿਣਾ ਚਾਹੀਦਾ ਤੁਹਾਨੂੰ। ਤੱਥ ਬਾਹਰ ਕੱਢੋ, ਜਿਹੜੇ ਜਿਹੜੇ ਕਰਪਟ ਹੈਗੇ ਨੇ ਫਾਈਲਾਂ ਬਾਹਰ ਕੱਢੋ, ਜਿਨ੍ਹਾਂ ਤੇ ਪਰਚੇ ਬਣਦੇ ਨੇ ਦਿਓ, ਤਾਂ ਦਿਲੋਂ ਸਲਾਮ ਹੋਊਗਾ ਤੁਹਾਨੂੰ। ਖੈਰ ਸੰਗਤ ਜੀ, ਅੱਜ ਵਾਸਤੇ ਇੰਨਾ ਹੀ। ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਤੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ। ਬਾਕੀ ਆਪਣੇ ਵਿਚਾਰ ਮੈਨੂੰ ਪਤਾ ਥੱਲੇ ਤੁਸੀਂ ਕਮੈਂਟਸ ਦੇ ਵਿੱਚ ਦੇ ਹੀ ਦੇਣੇ ਨੇ। ਦਿਓ ਇਜਾਜ਼ਤ, ਚੜ੍ਹਦੀ ਕਲਾ ਚ ਰਹੋ, ਹੱਸਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।